तुमरी महिमा बरन ना साको। तू ठाकुर ऊच भगवाना। पहला मरण कबूल। जीवन की छड आस। हो सबना की रेणुका। तो आओ हमारे पास। जाओ ताओ प्रेम खेलन का चाओ। सिर धार तली गली मेरी आओ। इत मार्ग पैर तरी जै। सिर दीजै कान ना कीजै। सजन सच्चा पातशाह। सिर साहांदै साहो। जिस पास बैठिया सोहियै। सबना दा विसाहो। जिस पास बैठिया सोहियै। सबना दा विसाहो। सतनाम श्री वाहिगुरु साहिब जी। सूही महला पहला। कार छेवा। एक ओंकार। सतगुर प्रसाद। उज्जल कैहा चिलकना। कोटिम कालड़ी मास। धोतिया झूठ ना उतरै। जे सौ धोवा तिस। उज्जल कैहा चिलकना। कोटिम कालड़ी मास। धोतिया झूठ ना उतरै। जे सौ धोवा तिस। सज्जन सेई नाल मैं। चलदियां नाल चलाना। जिथे लेखा मंगीऐ। तिथे खड़े दे सन। रहाओ कोठे मंडप माड़ियां। पासों चितविया। टठियां कम ना आवनी। विचों सखणिया। बग्गा बग्गे कपड़े। तीरथ मंज वसाना। कुट कुट जिया खावने। बग्गे ना कहियन। सिमल रुख शरीर मैं जन देख भुलाना। से फल कम न आवनी। ते गुण मैं तन हन्ना। अंदुलै भार उठाया।
ਡੂਗਰ ਵਾਟ ਬਹੁਤ ਅੱਖੀ ਲੋੜੀ ਨਾ ਲਹਾ ਹਉ ਚੜ ਲੰਗਾ ਕਿਤ ਚਾਕਰੀਆਂ ਚੰਗਿਆਈਆਂ ਅਵਰ ਸਿਆਣਪ ਕਿਤ ਨਾਨਕ ਨਾਮ ਸਮਾਲ ਤੂੰ ਬੱਦਾ ਛੁਟਹਿ ਜਿਤ ਚਾਕਰੀਆਂ ਚੰਗਿਆਈਆਂ ਅਵਰ ਸਿਆਣਪ ਕਿਤ ਨਾਨਕ ਨਾਮ ਸਮਾਲ ਤੂੰ ਬੱਦਾ ਛੁਟਹਿ ਜਿਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਕਿਰਪਾਲੂ ਦਿਆਲੂ ਸ਼ਹਿਨਸ਼ਾਹ ਚਵਰ ਛਤਰ ਤਖਤ ਦੇ ਮਾਲਕ 10 ਪਾਤਸ਼ਾਹੀਆਂ ਦੇ ਪ੍ਰਤੱਖ ਸਰੂਪ ਗੁਰਤਾ ਗੱਦੀ ਤੇ ਸੁਭਾਏਮਾਨ ਭਗਤ ਵਸ਼ਲ ਪਤਿਤ ਪਾਵਨ ਕਰੁਣਾ ਨਿਦਾਨ ਕਿਰਪਾਲੂ ਦਿਆਲੂ ਸਰਬ ਕਲਾ ਸਮਰੱਥ ਧੰਨ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਮਾਲਕ ਰਹਿਬਰ ਪਾਤਸ਼ਾਹ ਦੀ ਪਾਵਨ ਗੋਦ ਅੰਦਰ ਗੁਰਦੁਆਰਾ ਸ਼੍ਰੀ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਜੀ ਤੋਂ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਦੇ ਘਰ ਦਰ ਤੋਂ ਅੰਮ੍ਰਿਤ ਵੇਲੇ ਸਮੁੱਚੇ ਪੰਥ ਨੂੰ ਪ੍ਰਾਪਤ ਹੋਏ ਮੁੱਖ ਵਾਕ ਸਾਹਿਬ ਹੁਕਮਨਾਮਾ ਸਾਹਿਬ ਗੁਰੂ ਕੇ ਆਵਾਜ਼ੇ ਦੀ ਪਾਵਨ ਵਿਚਾਰ ਅਤੇ ਇਤਿਹਾਸ ਦੀ ਪਾਵਨ ਗਾਥਾ ਸਰਵਣ ਕਰਨ ਲਈ ਹਜ਼ੂਰ ਦੀ ਪਾਵਨ ਗੋਦ ਅੰਦਰ ਬੜੇ ਪਿਆਰ ਬੜੀ ਸ਼ਰਧਾ ਨਾਲ ਸੱਜ ਬੈਠੇ ਗੁਰੂ ਸਵਾਰੇ ਖਾਲਸਾ ਜੀ, ਆਓ ਸਾਹਿਬ ਦੀ ਬਖਸ਼ਿਸ਼ ਦੇ ਪਾਤਰ ਬਣੀਏ। ਅਰਦਾਸ ਕਰੋ ਮਾਲਕ ਜੀ, ਇਹ ਸੱਚ ਹੈ ਕਿ ਅਸੀਂ ਕਲਯੁਗੀ ਜੀਵ ਹਾਂ, ਇਹ ਉਸ ਤੋਂ ਵੀ ਵੱਡਾ ਸੱਚ ਹੈ ਕਿ ਅਸੀਂ ਵਾਸ਼ਨਾ ਵਿੱਚ ਬੱਝੇ ਹੋਏ ਹਾਂ। ਸੋ ਆਪ ਤਰਸ ਕਰੋ, ਸਾਨੂੰ ਜੀਵਾਂ ਨੂੰ ਮਨ ਬਿਰਤੀਆਂ ਸੁਰਤ ਇੰਦਰੀਆਂ ਦੀ ਇਕਾਗਰਤਾ ਦਿਓ, ਪ੍ਰੇਮ ਭਾਵਨਾ ਦੀ ਦਾਤ ਬਖਸ਼ੋ, ਕੁਝ ਕਹਿਣ ਸੁਣਨ ਦਾ ਬਲ ਬਖਸ਼ਿਸ਼ ਕਰੋ। ਆਓ ਵਿਚਾਰ ਦੀ ਪ੍ਰਾਰੰਭਤਾ ਕਰਦਿਆਂ ਹਜੂਰ ਪਾਤਸ਼ਾਹ ਜੀ ਦੀ ਅਸੀਸ ਪ੍ਰਾਪਤ ਕਰਦਿਆਂ ਇੱਕ ਦਫਾ ਪਿਆਰ ਸਹਿਤ ਉਚਾਰਨ ਕਰੋ ਔਰ ਆਖੋ ਜੀ, ਸਤਨਾਮ ਸ਼੍ਰੀ ਵਾਹਿਗੁਰੂ ਜੀ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸੋਹੀ ਮਹੱਲਾ ਪਹਿਲਾ ਘਰ ਛੇਵਾਂ। ਇਕ ਓੰਕਾਰ ਸਤਿਗੁਰ ਪ੍ਰਸਾਦ। ਹਜੂਰ ਗਰੀਬ ਨਵਾਜ ਧੰਨ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ 729 ਅੰਗ ਤੇ ਅੱਜ ਦੇ ਇਹ ਪਾਵਨ ਮੁੱਖ ਵਾਕ ਸਾਹਿਬ ਸੁਭਾਏਮਾਨ ਹਨ। ਜਦੋਂ ਇਤਿਹਾਸ ਦੀ ਦਾਸਤਾਨ ਨੂੰ ਛੇੜਦੇ ਹਾਂ, ਆਪ ਨਾਰਾਇਣ ਕਲਾ ਧਾਰ ਜਗ ਮਹਿ ਪਰਵਰਿਓ ਧੰਨ ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਸਾਹਿਬ, ਜਿਨ੍ਹਾਂ ਨੂੰ ਹਜ਼ੂਰ ਦੀ ਬਾਣੀ ਕਹਿ ਰਹੀ ਹੈ, ਨਿਰਗੁਣ ਤੇ ਸਰਗੁਣ ਥੀਆ ਨਾਨਕ ਆਪੇ ਆਪ। ਹਜ਼ੂਰ ਪਾਤਸ਼ਾਹ ਜੀ ਨੇ ਪਾਵਨ ਸੰਸਾਰ ਨੂੰ ਨਿਵਾਜਣ ਦੇ ਵਾਸਤੇ ਜੀਵਾਂ ਦੇ ਉਧਾਰ ਹਿੱਤ ਅਕਾਲ ਪੁਰਖ ਨੇ ਨਿਰਗੁਣ ਤੋਂ ਸਰਗੁਣ ਸਰੂਪ ਹੋ ਉਸ ਰਾਏ ਭੋਏ ਦੀ ਤਲਵੰਡੀ ਵਿੱਚ ਅਵਤਾਰ ਧਾਰਨ ਕੀਤਾ। ਸਮਾਂ ਆਪਣੀ ਰਫਤਾਰੇ ਚੱਲਿਆ ਤੇ ਧੰਨ ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਜਦੋਂ ਜਗਤ ਦਾ ਹਾਲ ਦੇਖਿਆ, ਜਿਹਨੂੰ ਭਾਈ ਗੁਰਦਾਸ ਸਾਹਿਬ ਜੀ ਕਹਿੰਦੇ, ਬਾਬਾ ਦੇਖੈ ਧਿਆਨ ਧਰ ਜਲਤੀ ਸਭ ਪ੍ਰਿਥਵੀ ਦਿਸ ਆਈ। ਜਗਤ ਦੇ ਹਾਲਾਤ ਵੇਖੇ, ਆਖਰ ਗੁਰੂ ਨਾਨਕ ਪਾਤਸ਼ਾਹ ਜੀ ਜਗਤ ਦੇ ਉਧਾਰ ਹਿੱਤ ਚੜ੍ਹਿਆ ਸੋਧਣ ਧਰਤ ਲੋਕਾਈ। ਜੀਵਾਂ ਦਾ ਉਧਾਰ ਕਰਨ ਵਾਸਤੇ ਮੇਰੇ ਸਾਹਿਬ ਜੀ ਨੇ ਉਦਾਸੀਆਂ ਪ੍ਰਾਰੰਭ ਕੀਤੀਆਂ। ਇਹਨਾਂ ਉਦਾਸੀਆਂ ਦੇ ਦਰਮਿਆਨ ਹੀ ਹਜੂਰ ਪਾਤਸ਼ਾਹ ਜਗਤ ਨੂੰ ਤਾਰਦਿਆਂ ਹੋਇਆਂ ਜਦੋਂ ਤੁਲੰਬਾ ਨਗਰ ਦੇ ਬਾਹਰ ਪਹੁੰਚਦੇ ਨੇ ਤਾਂ ਨਗਰ ਦੇ ਬਾਰ-ਬਾਰ ਕੁਝ ਲੋਕ ਬੈਠੇ ਨੇ
ਪਾਤਸ਼ਾਹ ਪਿਆਰ ਨਾਲ ਪੁੱਛਦੇ ਨੇ, ਸੰਧਿਆ ਦਾ ਸਮਾਂ, ਸ਼ਾਮ ਹੋ ਗਈ ਹੈ ਤੇ ਅਸੀਂ ਇਸ ਨਗਰ ਦੇ ਵਿੱਚ ਰਾਤ ਬਤੀਤ ਕਰਨੀ ਹੈ। ਤੇ ਲੋਕਾਂ ਨੇ ਇੱਕ ਹਾਸੇ ਨਾਲ ਕਹਿ ਦਿਓ ਜਾਂ ਇੰਜ ਕਹਿ ਲਓ ਜਾਣ ਬੁੱਝ ਕੇ, ਜੋ ਵੀ ਉਹਨਾਂ ਦੀ ਮਾਨਸਿਕਤਾ ਸੀ, ਉਹਨਾਂ ਇੱਕ ਐਸੀ ਹਵੇਲੀ, ਇੱਕ ਐਸੇ ਘਰ ਦੇ ਵੱਲ ਇਸ਼ਾਰਾ ਕਰਕੇ ਕਿਹਾ, ਫਕੀਰਾ ਉੱਥੇ ਚਲਾ ਜਾ, ਉੱਥੇ ਬੜੀ ਸੋਹਣੀ ਧਰਮਸ਼ਾਲਾ ਈ, ਤੇ ਉਸ ਧਰਮਸ਼ਾਲਾ ਦੇ ਵਿੱਚ ਬੜਾ ਭਲਾ ਪੁਰਖ ਰਹਿੰਦਾ, ਬੜਾ ਧਰਮੀ ਪੁਰਖ ਰਹਿੰਦਾ ਹੈ, ਤੇ ਉਹ ਤੇਰਾ ਬੜਾ ਸਤਿਕਾਰ ਕਰੇਗਾ, ਤੈਨੂੰ ਜੀਓ ਆਇਆ ਆਖੇਗਾ। ਆਖਰ ਉਹਨਾਂ ਨੂੰ ਸੱਚਾਈ ਪਤਾ ਸੀ, ਪਰ ਉਹਨਾਂ ਫਿਰ ਵੀ ਗੁਰੂ ਨਾਨਕ ਪਾਤਸ਼ਾਹ ਜੀ ਨੂੰ ਉੱਧਰ ਇਸ਼ਾਰਾ ਕੀਤਾ। ਮੇਰੇ ਹਜ਼ੂਰ ਪਾਤਸ਼ਾਹ ਉੱਥੇ ਪਹੁੰਚਦੇ ਨੇ। ਉਹ ਵਾਕਈ ਹੀ ਇੱਕ ਧਰਮਸ਼ਾਲਾ ਬਣਾਈ ਹੈ ਉਹਨੇ। ਉਸ ਧਰਮਸ਼ਾਲਾ ਦੇ ਵਿੱਚ ਬੜਾ ਸੋਹਣਾ ਪ੍ਰਬੰਧ ਕੀਤਾ ਹੈ, ਇਹ ਵੀ ਕੋਈ ਸ਼ੱਕ ਨਹੀਂ। ਜਦੋਂ ਗੁਰੂ ਸਾਹਿਬ ਜੀ ਪ੍ਰਵੇਸ਼ ਕਰਦੇ ਨੇ, ਉਹ ਬੜੀ ਆਓ ਭਗਤ ਵੀ ਕਰਦਾ ਹੈ, ਉਹ ਚੁੱਕ ਚੁੱਕ ਕੇ ਸਲਾਮਾਂ ਵੀ ਕਰਦਾ ਹੈ, ਉਹ ਹਜ਼ੂਰ ਨੂੰ ਸਿਜਦੇ ਵੀ ਕਰਦਾ ਹੈ, ਉਹ ਬਹੁਤ ਪਿਆਰ ਦੇ ਨਾਲ ਖੁਸ਼ਾਮਦੀ ਵੀ ਕਰਦਾ ਹੈ। ਪਰ ਅੰਦਰ ਦੀ ਮਨਸ਼ਾ ਜਿਹੜੀ ਹੈ, ਜਿਹਨੂੰ ਸਾਹਿਬ ਦੀ ਬਾਣੀ 'ਚ ਅਸੀਂ ਇੰਝ ਬਚਨ ਪੜ੍ਹਦੇ, ਅਪਰਾਧੀ ਦੂਣਾ ਨਿਵੈ ਜੋ ਹੰਤਾ ਮਿਰਗਾਹੇ, ਅਵਸਥਾ ਉਹਦੀ ਇਹ ਹੈ। ਖੈਰ, ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੂੰ ਉਹਨੇ ਆਸਣ ਦਿੱਤਾ ਹੈ, ਤੇ ਮਨ ਦੇ ਅੰਦਰ ਤਾਂਘ ਹੈ ਕਿ ਇਹ ਫਕੀਰ ਜਿਹੜੇ ਨੇ, ਇਹਨਾਂ ਕੋਲ ਧਨ ਕਾਫੀ ਜਾਪਦਾ, ਕਾਰਨ ਇਹਨਾਂ ਦੇ ਮੱਥੇ ਦੀ ਚਮਕ ਦੱਸਦੀ ਹੈ। ਤੇ ਸੰਸਾਰੀ ਤੌਰ ਤੇ ਵੀ ਬੰਦੇ ਕੋਲ ਧਨ ਹੋਵੇ ਤੇ ਉਹਦੇ ਚਿਹਰੇ ਦੀ ਰੌਣਕ ਦੱਸੇਗੀ ਕਿ ਇਹਦੇ ਪੱਲੇ 'ਚ ਕੁਝ ਹੈਗਾ। ਆਤਮਿਕ ਤੌਰ ਤੇ ਜਿਹਦੇ ਕੋਲ ਧਨ ਹੋਵੇ, ਉਹਨੂੰ ਗੁਰੂ ਪਾਤਸ਼ਾਹ ਦੀ ਬਾਣੀ ਕਹਿੰਦੇ ਹੈ, ਗੁਜੜਾ ਲੱਦਮ ਲਾਲ ਮੱਥੈ ਹੀ ਪ੍ਰਗਟ ਥੀਆ, ਚਿਹਰੇ ਦੀ ਰੂਹਾਨੀਅਤ ਦੱਸੇਗੀ। ਉਹ ਭੁਲੇਖਾ ਖਾ ਗਿਆ ਇਹਨਾਂ ਕੋਲ ਹੀਰੇ ਜਵਾਹਰਾਤ ਹੋਣਗੇ, ਸੋ ਖੈਰ ਇਹ ਆਰਾਮ ਕਰਨਗੇ, ਮੈਂ ਇਹਨਾਂ ਨੂੰ ਲੁੱਟ ਲਵਾਂਗਾ। ਆਖਰ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਆਰਾਮ ਨਹੀਂ ਕਰਦੇ। ਸਤਿਗੁਰ ਜਾਗਤਾ ਹੈ ਦਿਓ। ਹਜ਼ੂਰ ਭਾਈ ਮਰਦਾਨੇ ਨੂੰ ਕਹਿੰਦੇ, ਮਰਦਾਨਿਆਂ ਰਬਾਬ ਛੇੜ, ਅੱਜ ਇਸ ਜੀਵ ਦਾ ਭਲਾ ਕਰਾਂਗੇ। ਉਹ ਹੁਣ ਉਸ ਤਾਂਗ ਦੇ ਵਿੱਚ ਹੈ, ਇਹ ਕਦੋਂ ਸੌਣ ਤੇ ਕਦੋਂ ਮੈਂ ਇਹਨਾਂ ਦੀ ਹੱਤਿਆ ਕਰਾਂ, ਇਹਨਾਂ ਦੇ ਸਰੀਰਾਂ ਦਾ ਨਾਸ਼ ਕਰਾਂ ਤੇ ਇਹਨਾਂ ਨੂੰ ਲੁੱਟ ਖੋਹ ਕਰਕੇ ਇਹਨਾਂ ਦੇ ਮ੍ਰਿਤਕ ਸਰੀਰ, ਡੈੱਡ ਬੋਡੀਆਂ ਕਿਸੇ ਖੁੰਝੇ ਲਾ ਦੇਵਾਂ ਤੇ ਮੈਂ ਆਪਣਾ ਕੰਮ ਜਿਹੜਾ ਉਹ ਨਿਬੇੜ ਲਵਾਂਗਾ। ਪਰ ਗੁਰੂ ਨਾਨਕ ਸਾਹਿਬ ਜੀ ਉਹਦੀ ਮਨਸ਼ਾ ਜਾਣਦੇ ਨੇ। ਉਸ ਭਲੇ ਪੁਰਖ ਨੂੰ, ਕਿਉਂਕਿ ਉਹਨੂੰ ਅੱਜ ਅਸੀਂ ਭਲਾ ਪੁਰਖ ਕਹਿ ਸਕਦੇ ਹਾਂ, ਪਹਿਲਾਂ ਉਹਦਾ ਜੀਵਨ ਜੈਸਾ ਵੀ ਹੋਵੇ, ਉਹਨੂੰ ਸੱਜਣ ਠੱਗ ਵੀ ਕਿਹਾ ਗਿਆ, ਪਰ ਅਸੀਂ ਅੱਜ ਵੀ ਕਈ ਲੋਕ ਉਹਨੂੰ ਠੱਗ ਹੀ ਕਹੀ ਜਾ ਰਹੇ। ਪਰ ਸੱਚਾਈ ਇਹ ਹੈ, ਜਿਸ ਦਿਨ ਗੁਰੂ ਨਾਨਕ ਨੇ ਉਹਨੂੰ ਨਿਵਾਜ ਦਿੱਤਾ, ਉਸ ਦਿਨ ਉਹ ਠੱਗ ਨਹੀਂ ਰਹਿ ਗਿਆ, ਉਹ ਸੱਜਣ ਹੋ ਗਿਆ। ਹਜ਼ੂਰ ਪਾਤਸ਼ਾਹ ਫਿਰ ਉੱਥੇ ਉਹ ਇਸ ਉਡੀਕ 'ਚ ਹੈ ਕਿ ਇਹ ਸੌਣ ਕਦੋਂ, ਤੇ ਗੁਰੂ ਬਾਬਾ ਇਸ ਉਡੀਕ ਦੇ ਵਿੱਚ ਹੈ ਕਿ ਇਹਨੂੰ ਸ਼ਬਦ ਦੀ ਚੋਟ ਵੱਜੇ ਤੇ ਇਹ ਅੰਦਰੋਂ ਜਾਗੇ ਕਦੋਂ, ਕਿਉਂਕਿ ਉਹ ਅੰਦਰੋਂ ਸੁੱਤਾ ਪਿਆ ਇਨਸਾਨ ਹੈ। ਹਜ਼ੂਰ ਪਾਤਸ਼ਾਹ ਜੀ ਫਿਰ ਉੱਥੇ ਪਾਵਨ ਬਚਨ ਉਚਾਰਨ ਕਰਦੇ ਨੇ, ਜੋ ਅੱਜ ਮੁੱਖ ਵਾਕ ਸਾਹਿਬ ਦੇ ਰੂਪ ਅੰਦਰ ਪ੍ਰਾਪਤ ਹੋਏ ਹਨ। ਹਜ਼ੂਰ ਉਹਨੂੰ ਸੰਬੋਧਨ ਕਰਦੇ ਨੇ, ਸੂਹੀ ਮਹੱਲਾ ਪਹਿਲਾ, ਧੰਨ ਗਰੀਬ ਨਵਾਜ ਗੁਰੂ ਨਾਨਕ ਦੇਵ ਮਹਾਰਾਜ ਦੇ ਪਾਵਨ ਬਚਨ ਸੂਹੀ ਰਾਗ ਅੰਦਰ ਘਰ ਛੇਵੇਂ ਘਰ ਵਿੱਚ ਗਾਉਣ ਦੀ ਹਦਾਇਤ ਕਰਕੇ, ਇੱਕ ਓੰਕਾਰ ਸਤਿਗੁਰ ਪ੍ਰਸਾਦ, ਉਹ ਪਰਮੇਸ਼ਰ ਇੱਕ ਹੈ, ਉਹ ਸਰਬ ਦਾ ਪ੍ਰਕਾਸ਼ਕ ਹੈ, ਉਹ ਅਦੁੱਤੀਏ ਹੈ, ਉਹਦੇ ਵਰਗਾ ਦੂਸਰਾ ਕੋਈ ਨਹੀਂ, ਜਿਹਦੇ ਨਾਲ ਅਸੀਂ ਉਹਦੀ ਉਪਮਾ ਦੇ ਸਕੀਏ, ਵਡਿਆਈ ਕਰ ਸਕੀਏ। ਹਜ਼ੂਰ ਦੀ ਬਾਣੀ ਕਹਿੰਦੀ, ਜੈਸਾ ਤੂੰ ਤੈਸਾ ਤੁਹੀ, ਕਿਆ ਉਪਮਾ ਦੀਜੈ, ਕਿ ਤੇਰੇ ਵਰਗਾ ਕੋਈ ਦੂਜਾ ਹੈ ਨਹੀਂ, ਕਿਹਦੇ ਨਾਲ ਤੈਨੂੰ ਤੁਲਨਾ ਦੇ ਦਈਏ। ਫਿਰ ਸਵਾਲ ਨਿਕਲਦਾ ਹੈ, ਉਹ ਐਸੇ ਪਰਮਾਤਮਾ ਦੀ ਪ੍ਰਾਪਤੀ ਕਿਵੇਂ ਹੋਵੇ? ਤਾਂ ਹਜ਼ੂਰ ਤਰਸ ਕਰਕੇ ਕਹਿੰਦੇ, ਸਤਿਗੁਰ ਪ੍ਰਸਾਦ, ਇਹ ਜੀਵ, ਜੇ ਤੇਰੇ ਅੰਦਰ ਕੋਈ ਇਹ ਤੜਫ ਹੈ ਵੀ ਮੈਂ ਪਰਮਾਤਮਾ ਦੀ ਪ੍ਰਾਪਤੀ ਕਰਨੀ, ਮੈਂ ਉਹਦੇ ਨਾਲ ਅਭੇਦ ਹੋਣਾ ਹੈ, ਤਾਂ ਤੂੰ ਜ਼ਿੰਦਗੀ ਅੰਦਰ ਪੂਰੇ ਗੁਰੂ ਦੀ ਕਿਰਪਾ ਦਾ ਪਾਤਰ ਬਣ। ਜਿੰਨਾ ਚਿਰ ਇਸ ਕਿਰਪਾ ਦਾ ਪਾਤਰ ਨਹੀਂ ਬਣੇਗਾ, ਉਹਨਾਂ ਚਿਰ ਤੇਰੇ ਅੰਦਰ ਨੂੰ ਸਕੂਨ ਨਹੀਂ। ਜੋ ਮਰਜ਼ੀ ਕਰ ਸੰਸਾਰ ਤੇ, ਧਰਮ ਦੇ ਕਰਮ ਕਰ, ਰੱਜ ਰੱਜ ਕੇ ਕਰ, ਪਰ ਤੈਨੂੰ ਅਖੀਰ ਗੁਰੂ ਨਾਨਕ ਦੀ ਕਿਰਪਾ ਦਾ ਪਾਤਰ, ਅਕਾਲ ਪੁਰਖ ਦੀ ਕਿਰਪਾ ਦਾ ਪਾਤਰ ਸਾਹਿਬ ਕਹਿੰਦੇ ਬਣਨਾ ਪਵੇਗਾ। ਇੰਜ ਪਾਤਸ਼ਾਹ ਜੀ ਇਸ ਪਾਵਨ ਬਚਨ ਦੀਆਂ ਰਹਾਉ ਦੀਆਂ ਪੰਕਤੀਆਂ 'ਚ ਜ਼ਿਕਰ ਕਰਨਗੇ ਕਿ ਅਸਲ ਦੇ ਵਿੱਚ ਇਹ ਜੀਵ ਦੇ ਕੋਲ ਬੜੇ ਕਰਮ ਹਨ, ਇਹਨੇ ਸੰਸਾਰੀ ਤੌਰ ਤੇ ਬੜੇ ਮਿੱਤਰ ਵੀ ਜਿਹੜੇ ਹਨ ਉਹ ਬਣਾਏ ਨੇ, ਪਰ ਉਸ ਸੱਜਣ ਨੂੰ ਵੀ ਸੰਬੋਧਨ ਕਰਦੇ ਨੇ। ਪਰ ਆਪਣੀ ਅਵਸਥਾ ਹਜ਼ੂਰ ਪਾਤਸ਼ਾਹ ਜੀ ਦੀ, ਇਹਦੇ 'ਤੇ ਕੋਈ ਸ਼ੱਕ ਨਹੀਂ, ਅਕਾਲ ਪੁਰਖ ਜੋਤ ਨੇ। ਪਰ ਕਈ ਦਫਾ ਸਾਡੇ ਸੰਸਾਰ ਦੇ ਵਿੱਚ ਇੱਕ ਆਮ ਕਹਾਵਤ ਹੁੰਦੀ ਹੈ, ਜੇ ਸੱਸ ਨੇ ਨੂੰਹ ਨੂੰ ਕੋਈ ਗੱਲ ਸੁਣਾਉਣੀ ਹੋਵੇ ਤਾਂ ਇੱਕ ਸੰਸਾਰੀ ਕਹਾਵਤ ਵਿੱਚ ਕਹਿ ਦਿੰਦੀ ਹੁੰਦੀ ਹੈ, ਕੰਨ ਕਰ ਧੀਏ ਸੁਣ ਨੀ ਨੂੰਹੇ। ਉਹ ਗੱਲ ਕਈ ਵਾਰ ਧੀ ਨੂੰ ਸੁਣਾਉਂਦੀ ਹੈ, ਪਰ ਉਹਦਾ ਕਹਿਣ ਦਾ ਮਕਸਦ ਜਿਹੜਾ ਉਹ ਨੂੰਹ ਵੱਲ ਹੁੰਦਾ ਹੈ। ਇਸ ਤਰ੍ਹਾਂ ਗੁਰੂ ਨਾਨਕ ਪਾਤਸ਼ਾਹ ਸੰਬੋਧਨ ਆਪਣੇ ਆਪ ਨੂੰ ਕਰ ਰਹੇ ਨੇ, ਪਰ ਸ਼ਬਦ ਦਾ ਸਾਰਾ ਭਾਵ ਅਰਥ ਉਹ ਸੱਜਣ ਨੂੰ ਸਮਝਾ ਰਹੇ ਨੇ ਤੇ ਸਮਝਾਉਂਦੇ ਨੇ। ਬੜੇ ਮਿੱਤਰ ਨੇ ਸੰਸਾਰ ਦੇ ਉੱਤੇ,
ਪਰ ਅਸਲ ਵਿੱਚ ਮਿੱਤਰ ਕੌਣ ਹੈ, ਅਸਲ ਵਿੱਚ ਤੇਰਾ ਸਾਥੀ ਕੌਣ ਹੈ? ਇਹ ਜਿਹੜੇ ਕਰਮ ਤੂੰ ਕਰ ਰਿਹਾ ਇਹ ਤੇਰੇ ਨਾਲ ਨਿਭਣ ਵਾਲੇ ਨਹੀਂ ਹਨ। ਇੰਜ ਹਜੂਰ ਪਾਤਸ਼ਾਹ ਰਹਾਉ ਦੀਆਂ ਪੰਕਤੀਆਂ 'ਚ ਕਿਰਪਾ ਕਰਨਗੇ, ਪ੍ਰਾਰੰਭਤਾ ਕਰਕੇ ਅਸੀਸ ਬਖਸ਼ਿਸ਼ ਕਰ ਰਹੇ ਹਨ। ਉਜਲ ਕਹਿ ਹਾਂ ਚਿਲਕੜਾ ਕੋਟਿਮ ਕਾਲੜੀ ਮਸ। ਸਾਹਿਬ ਸੰਬੋਧਨ ਕਰਕੇ ਕਹਿੰਦੇ ਨੇ ਕਹਿਹਾਂ ਦਾ ਭਾਂਡਾ ਜਿਹੜਾ ਹੈ ਉਹ ਬੜਾ ਉਜਲ ਹੈ, ਬੜਾ ਸਾਫ਼ ਹੈ, ਬੜਾ ਸੁੰਦਰ ਹੈ। ਫਿਰ ਚਿਲਕਣਾ, ਉਹਦੀ ਚਮਕ, ਉਹਦੀ ਲਿਸ਼ਕਣਾ ਜਿਹੜਾ ਹੈ ਉਹ ਬਹੁਤ ਜ਼ਿਆਦਾ ਲਿਸ਼ਕ ਰਿਹਾ ਹੈ। ਪਰ ਸਾਹਿਬ ਕਹਿੰਦੇ ਇੱਕ ਕਮਾਲ ਦੀ ਗੱਲ ਇਹ ਹੈ ਕਿ ਉਹ ਬਾਹਰੋਂ ਇੰਨਾ ਚਮਕਦਾ ਹੈ, ਬਾਹਰੋਂ ਸੋਨੇ ਦਾ ਭੁਲੇਖਾ ਵੀ ਪਾ ਜਾਵੇਗਾ, ਉਹਦੀ ਚਮਕ ਸ਼ਾਇਦ ਤੁਹਾਡੀਆਂ ਅੱਖਾਂ ਨੂੰ ਚੁੰਧਿਆ ਕੇ ਰੱਖ ਦੇਵੇਗੀ। ਪਰ ਜਦੋਂ ਉਹਦੇ ਅੰਦਰ ਥੋੜ੍ਹਾ ਜਿਹਾ ਹੱਥ ਫੇਰ ਕੇ ਦੇਖੀਦਾ, ਥੋੜ੍ਹਾ ਜਿਹਾ ਉਸ ਹੱਥ ਨੂੰ ਰਗੜ ਕੇ ਅੰਦਰੋਂ ਸਾਫ਼ ਹੱਥ ਉਹਦੇ 'ਚ ਪਾਇਆ ਤੇ ਜਦੋਂ ਉਂਗਲਾਂ ਨੂੰ ਥੋੜ੍ਹਾ ਜਿਹਾ ਉਹਦੇ ਅੰਦਰ ਲਾ ਕੇ ਰਗੜਿਆ ਤਾਂ ਸਾਹਿਬ ਕਹਿੰਦੇ ਕੋਟਿਮ ਕਾਲੜੀ ਮਸ, ਜਿਹੜਾ ਬਾਹਰੋਂ ਪੂਰਾ ਚਮਕਦਾ ਪਿਆ ਸੀ ਅੰਦਰ ਉਹ ਕਾਲਖ ਦੇ ਨਾਲ ਭਰਿਆ ਪਿਆ ਸੀ। ਇਸ ਤਰ੍ਹਾਂ ਸੰਬੋਧਨ ਕਰਕੇ ਕਹਿੰਦੇ ਐ ਜੀਵ, ਇਸ਼ਾਰਾ ਆਪਣੇ ਵੱਲ ਕਰਕੇ ਤੇ ਉਸ ਸੱਜਣ ਠੱਗ ਨੂੰ ਸਮਝਾਉਂਦੇ ਨੇ ਕਿ ਭਾਵੇਂ ਇਹ ਕਾਇਆ, ਇਹ ਸਰੀਰ ਬਾਹਰੋਂ ਬੜੇ ਸੁੰਦਰ ਨੇ, ਬਾਹਰੋਂ ਚਮਕ ਦਮਕ ਬਹੁਤ ਹੈ। ਅੱਜ ਮਨੁੱਖ ਦੇ ਕੋਲ ਬਾਹਰੀ ਚਮਕ ਦਮਕ ਬਹੁਤ ਹੈ, ਇਹਦੇ 'ਚ ਕੋਈ ਸ਼ੱਕ ਨਹੀਂ। ਅੱਜ ਤੋਂ 150 200 ਸਾਲ ਪਹਿਲਾਂ ਜਿੰਨਾ ਮਨੁੱਖ ਸਾਦਾ ਸੀ, ਅੱਜ ਉਸ ਤੋਂ ਕਈ ਗੁਣਾ ਮਨੁੱਖ ਦੇ ਕੋਲ ਚਮਕ ਦਮਕ ਹੈ। ਤਾਂ ਹਜੂਰ ਪਾਤਸ਼ਾਹ ਕਹਿੰਦੇ ਨੇ ਉਸ ਸਮੇਂ ਦੀ ਵੀ ਬੜੀ ਚਮਕ। ਤਾਂ ਪਾਤਸ਼ਾਹ ਕਹਿੰਦੇ ਸਰੀਰ ਚਮਕਦਾ ਹੈ, ਪਰ ਜੇ ਕਿਤੇ ਇਸ ਕਾਇਆ ਦੇ ਅੰਦਰ, ਭਾਵ ਇਸ ਮਨ ਦੇ ਅੰਦਰ, ਤੇਰੇ ਫੁਰਨਿਆਂ ਦੇ ਅੰਦਰ, ਤੇਰੀ ਇਸ ਵਕਾਰੀ ਦ੍ਰਿਸ਼ਟੀ ਦੇ ਅੰਦਰ ਕਿਤੇ ਧਿਆਨ ਮਾਰ ਕੇ ਦੇਖਿਆ ਜਾਵੇ ਤੇ ਕੀ ਨਿਕਲੇਗਾ? ਕੋਟਿਮ ਕਾਲੜੀ ਮਸ। ਬਾਹਰੋਂ ਬਿਲਕੁਲ ਸਾਫ਼ ਸੁਥਰਾ ਹੈ ਪਰ ਅੰਦਰ ਤੇਰੇ ਈਰਖਾ ਦੀ, ਵਕਾਰਾਂ ਦੀ, ਇਹਨਾਂ ਐਬਾਂ ਦੀ, ਇਹਨਾਂ ਚੋਰੀਆਂ, ਇਹਨਾਂ ਫਰੇਬਾਂ ਦੀ ਮੈਲ ਦੇ ਨਾਲ ਭਰਿਆ ਪਿਆ ਹੈ। ਧੋਤਿਆਂ ਝੂਠ ਨਾ ਉਤਰੈ ਜੇ ਸੋ ਧੋਵਾ ਤਿਸ। ਸਾਹਿਬ ਕਹਿੰਦੇ ਭਾਂਡਾ ਹੈ ਕਹਿਹਾ ਦਾ, ਉਹਨੂੰ ਕਿੰਨਾ ਵੀ ਭਾਵੇਂ 100 ਵਾਰ ਵੀ ਭਾਵੇਂ ਉਹਨੂੰ ਸਾਹਿਬ ਪਾਤਸ਼ਾਹ ਕਹਿੰਦੇ ਧੋ ਲਿਆ ਜਾਵੇ ਪਰ ਧੋਤਿਆ ਝੂਠ ਨਾ ਉਤਰੈ। ਸੰਸਾਰੀ ਦ੍ਰਿਸ਼ਟੀ 'ਚ ਅਸੀਂ ਕਵਾਂਗੇ ਵੀ ਇਹ ਧੁੱਪ ਗਿਆ, ਇਹ ਸਾਫ਼ ਹੋ ਗਿਆ, ਪਰ ਪੁਰਾਣੇ ਗ੍ਰੰਥਾਂ ਦੇ ਵਿੱਚ ਜ਼ਿਕਰ ਆਉਂਦਾ ਵੀ ਉਸ ਭਾਂਡੇ ਨੂੰ ਹਮੇਸ਼ਾ ਅਪਵਿੱਤਰ ਮੰਨਿਆ ਜਾਂਦਾ ਸੀ। ਉਹਨੂੰ ਇੱਕ ਵਾਰ ਵਰਤ ਲਿਆ ਜਾਵੇ ਤੇ ਉਹਨੂੰ ਦੁਬਾਰਾ ਸਾਧੂ ਲੋਕ ਵਰਤਦੇ ਨਹੀਂ ਸੀ। ਕਾਰਨ ਕੀ? ਕਹਿੰਦੇ ਜੇ ਲਗਾਤਾਰ ਇਹਦੇ 'ਚੋਂ ਮੈਲ ਉਤਰ ਰਹੀ ਹੈ ਤੇ ਇਹਦਾ ਮਤਲਬ ਇਹਦੇ ਵਿੱਚ ਝੂਠ ਵੀ ਇਹਦੇ ਹੱਡੀ ਰਚ ਗਈ ਹੈ, ਇਹ ਹੁਣ ਪਵਿੱਤਰ ਨਹੀਂ ਹੋ ਸਕੇਗਾ। ਸਭ ਕਹਿੰਦੇ ਜਿਵੇਂ ਉਸ ਭਾਂਡੇ ਨੂੰ ਬਾਹਰੋਂ ਕਿੰਨਾ ਵੀ ਧੋਤਾ ਜਾਵੇ, 100 ਵਾਰ ਵੀ ਧੋ ਲਿਆ ਜਾਵੇ, ਧੋਣ ਦੇ ਨਾਲ ਉਹਦੀ ਝੂਠ ਨਹੀਂ ਉਤਰਦੀ। ਇਹ ਪੁਰਖਾ, ਜੇ ਤੂੰ ਬਾਹਰੋਂ ਧਰਮ ਦਾ ਲਿਬਾਸ ਪਾ ਕੇ, ਬਾਹਰੋਂ ਆਪਣੇ ਮਸਤਕ ਦੇ ਉੱਤੇ ਟਿੱਕਾ ਲਾ ਕੇ, ਜਾਂ ਬਾਹਰੋਂ ਤੂੰ ਧਰਮੀ ਅਖਵਾ ਕੇ ਆਪਣੇ ਆਪ ਨੂੰ ਇਹ ਸਾਬਤ ਕਰੇ ਕਿ ਮੈਂ ਬੜਾ ਭਲਾ ਪੁਰਖ ਹਾਂ, ਯਾਦ ਰੱਖੀ ਇਸ ਤਰ੍ਹਾਂ ਕੇਵਲ ਬਾਹਰੋਂ ਕੱਪੜੇ ਪਾ ਕੇ, ਇਹ ਬਾਹਰੋਂ ਧਰਮ ਦੇ ਚਿੰਨ੍ਹ ਅਪਣਾ ਕੇ ਦੁਨੀਆ ਨੂੰ ਧੋਖੇ ਦੇ ਵਿੱਚ ਤੂੰ ਕਰ ਸਕਦਾ, ਦੁਨੀਆ ਨਾਲ ਧੋਖਾ ਕਮਾ ਸਕਦਾ, ਪਰ ਇਸ ਤਰ੍ਹਾਂ ਕਰਨ ਨਾਲ ਤੇਰੇ ਅੰਦਰ ਦੀ ਮੈਲ, ਤੇਰੇ ਐਬਾਂ, ਤੇਰੇ ਗੁਨਾਹਾਂ ਦੀ ਮੈਲ, ਤੇਰੇ ਮੰਦ ਕਰਮਾਂ ਦੀ ਮੈਲ ਜਿਹੜੀ ਹੈ ਉਹ ਕਦੀ ਵੀ ਨਹੀਂ ਉਤਰ ਸਕੇਗੀ। ਸੱਜਣ ਸੇਈ ਨਾਲ ਮੈਂ ਚੱਲਦਿਆਂ ਨਾਲ ਚਲਾਨਾ। ਦੇਖੋ ਅਸੀਂ ਜਿਤਨੇ ਵੀ ਸੰਸਾਰੀ ਜੀਵ ਆ, ਆਪਾਂ ਸੰਸਾਰ ਤੇ ਹਰ ਬੰਦੇ ਨੇ ਸੱਜਣ ਮਿੱਤਰ ਬਣਾਏ ਨੇ। ਬਸ ਫਰਕ ਇੰਨਾ ਕੁ ਹੈ, ਜਿਸ ਨੂੰ ਥੋੜੀ ਜੀ ਸਿਆਣਪ ਮੱਤ ਹੈ ਉਹਦੇ ਜ਼ਿਆਦਾ ਮਿੱਤਰ ਹੋ ਜਾਂਦੇ ਨੇ, ਕੋਈ ਜ਼ਿਆਦਾ ਚਤੁਰ ਹੋਵੇ। ਪਰ ਇਹ ਕਹਿਣ 'ਚ ਕੋਈ ਦੋ ਰਾਏ ਨਹੀਂ, ਕੋਈ ਕਿਤਨਾ ਵੀ ਪਾਗਲ ਇਨਸਾਨ ਹੋਵੇ, ਤੁਸੀਂ ਵੇਖਿਓ ਭਿਖਾਰੀਆਂ ਦੇ ਵੀ ਮਿੱਤਰ ਹੁੰਦੇ ਨੇ, ਮੰਗਤਿਆਂ ਦੇ ਵੀ ਮਿੱਤਰ ਹੁੰਦੇ ਨੇ। ਸੜਕ ਤੇ ਮੰਗਤਾ ਬੈਠਾ ਹੋਵੇ ਤੇ ਉਹਦਾ ਵੀ ਕੋਈ ਸੱਜਣ ਮਿੱਤਰ ਹੋਏਗਾ, ਪਾਗਲਾਂ ਦੇ ਵੀ ਸੱਜਣ ਮਿੱਤਰ ਹੁੰਦੇ ਨੇ। ਬਸ ਠੀਕ ਹੈ, ਉਹ ਸਾਜ਼ਿਸ਼ ਸਮਝ ਤੋਂ ਪਰੇ ਦੀ ਗੱਲ ਹੁੰਦੀ ਹੈ। ਪਰ ਸਾਹਿਬ ਕਹਿੰਦੇ ਐ ਜੀਵ, ਸੰਸਾਰ ਦੇ ਉੱਤੇ ਬੜੇ ਮਿੱਤਰ ਬਣਾ ਲਏ ਨੇ, ਮਿੱਤਰ ਕਨੇਰੇ ਕਰ ਥਕੀ ਮੇਰਾ ਦੁੱਖ ਕਾਟੈ ਕੋਏ। ਪਰ ਅਸਲ ਦੇ ਵਿੱਚ ਕੀ ਹੈ, ਤੂੰ ਇੱਥੇ ਜਿਹੜੇ ਮਿੱਤਰ ਬਣਾ ਰਿਹਾ ਇਹ ਕਰਮਾਂ ਰੂਪੀ ਮਿੱਤਰਾਂ ਦੀ ਵੀ ਗੱਲ ਹੈ, ਸੰਸਾਰੀ ਮਿੱਤਰਾਂ ਦੀ ਵੀ ਗੱਲ। ਸੱਜਣ ਸੇਈ ਨਾਲ ਮੈਂ ਚੱਲਦਿਆਂ ਨਾਲ ਚੱਲਣ। ਸਾਹਿਬ ਕਹਿੰਦੇ ਸੱਜਣ ਤਾਂ ਉਹੀ ਨੇ। ਹਜੂਰ ਦੀ ਬਾਣੀ 'ਚ ਇੱਕ ਬਚਨ ਆਉਂਦਾ ਹੈ, ਜਿਨ੍ਹਾਂ ਦੇ ਸੰਦੜਿਆਂ ਦੁਰਮਤ ਵੰਝੈ ਮਿੱਤਰ ਅਸਾਡੜੇ ਸੇਈ, ਕਿ ਸਾਡੇ ਅਸਲ 'ਚ ਉਹ ਮਿੱਤਰ ਨੇ ਜਿਨ੍ਹਾਂ ਦੇ ਕੋਲ ਬਹਿ ਕੇ, ਜਿਨ੍ਹਾਂ ਦੇ ਦੀਦਾਰ ਕਰਨ ਦੇ ਨਾਲ ਅੰਦਰੋਂ ਖੋਟੀ ਮਤ ਨਾਸ਼ ਹੋ ਜਾਂਦੀ ਹੋਵੇ, ਤੇ ਜਿਨ੍ਹਾਂ ਦੇ ਕੋਲ ਬਹਿ ਕੇ ਅੰਦਰ ਦੀ ਸ਼ਾਂਤੀ ਵੀ ਭੰਗ ਹੋ ਜਾਵੇ, ਜਿਨ੍ਹਾਂ ਕੋਲ ਬਹਿ ਕੇ ਮਨ ਵਕਾਰੀ, ਮਨ ਫੁਰਨਿਆਂ 'ਚ ਗਰਸਿਆ ਜਾਵੇ, ਉਹ ਮਿੱਤਰ ਨਹੀਂ ਹੋ ਸਕਦਾਗਾ, ਉਹ ਕੋਈ ਐਬੀ ਫਰੇਬੀ ਹੋਵੇਗਾ। ਤਾਂ ਹਜੂਰ ਪਾਤਸ਼ਾਹ ਕਹਿੰਦੇ ਮਿੱਤਰ ਤਾਂ ਉਹੀ ਹੈ ਜਿਨ੍ਹਾਂ ਦੇ ਕੋਲ ਬਹਿ ਕੇ ਦੁਰਮਤ ਜਿਹੜੀ ਉਹ ਖਤਮ ਹੋ ਜਾਏ,
ਹਉ ਟੁਡੇਂਦੀ ਜਗ ਸਬਾਇਆ ਜਨ ਨਾਨਕ ਵਿਰਲੇ ਕੇ। ਉਹ ਟਾਵੇਂ ਟਾਵੇਂ ਨੇ ਪਰ ਮੋਹਰ ਲਾਤੀ ਗੁਰੂ ਬਾਬੇ ਨੇ, ਕਹਿੰਦੇ ਹੈਗੇ ਜ਼ਰੂਰ ਨੇ। ਹਾਂ ਬਸ ਇਹ ਹੈ ਤੂੰ ਭਾਲ ਕਰ, ਤੂੰ ਢੂੰਡ ਕਰ। ਲੱਭਣ ਤੁਰ ਪਈਏ ਤੇ ਕੀ ਨਹੀਂ ਲੱਭਦਾ ਸੰਸਾਰ ਤੇ। ਲੱਭਣ ਵਾਲਿਆਂ ਨੇ ਸਮੁੰਦਰਾਂ ਦੇ ਵਿੱਚੋਂ ਬੜਾ ਕੁਝ ਲੱਭ ਲਿਆ, ਲੱਭਣ ਵਾਲਿਆਂ ਨੇ ਮੰਗਲ ਗ੍ਰਹਿ ਤੇ ਜਾ ਕੇ ਬੜਾ ਕੁਝ ਲੱਭ ਲਿਆ, ਉਹਨਾਂ ਕੋਲੇ ਦੀਆਂ ਖਾਨਾਂ 'ਚੋਂ ਹੀਰੇ ਲੱਭ ਲਏ। ਕਹਿਣ ਦਾ ਭਾਵ ਜੇ ਸੰਸਾਰੀ ਖੋਜ ਕਰਾਂਗੇ ਬੜਾ ਕੁਝ ਲੱਭ ਜਾਏਗਾ, ਜੇ ਆਤਮਿਕ ਖੋਜ ਕਰਾਂਗੇ ਤਾਂ ਇਸ ਸਰੀਰ ਰੂਪੀ ਪਿੰਡ ਦੇ ਵਿੱਚੋਂ ਵੀ ਬੜਾ ਕੁਝ ਲੱਭ ਜਾਏਗਾ। ਜੇ ਸਾਧੂ ਬਿਰਤੀ ਲੈ ਕੇ ਸਾਧੂ ਲੱਭਣ ਤੁਰਾਂਗੇ ਤਾਂ ਇਸ ਧਰਤੀ ਦੇ ਉੱਤੇ ਇੱਕ ਤੋਂ ਇੱਕ ਕਮਾਈ ਵਾਲਾ ਪੁਰਖ, ਜਿਹਨੂੰ ਗੁਰੂ ਬਾਬਾ ਬਚਨ ਕਹਿ ਰਹੇ ਨੇ ਕਿ ਇੱਕ ਦੂ ਇੱਕ ਚੜ੍ਹੰਦੀਆਂ ਕੌਣ ਜਾਣੈ ਮੇਰਾ ਨਾਉ ਜੀਓ। ਇੱਥੇ ਇੱਕ ਤੋਂ ਇੱਕ ਕਮਾਈ ਵਾਲਾ ਪੁਰਖ ਮਿਲ ਪਵੇਗਾ ਸਾਨੂੰ। ਸੋ ਖੈਰ ਸਾਹਿਬ ਪਾਤਸ਼ਾਹ ਕਹਿੰਦੇ ਮਿੱਤਰ ਤਾਂ ਉਹੀ ਹੈ ਜਿਹੜਾ ਚੱਲਦਿਆਂ ਨਾਲ ਅੱਗੇ ਚੱਲ ਸਕੇ। ਜਿੱਥੈ ਲੇਖਾ ਮੰਗੀਐ ਤਿੱਥੈ ਖੜੇ ਦਿਸਨ। ਤੇ ਜਿੱਥੇ ਉਸ ਦਰਗਾਹ ਦੇ ਵਿੱਚ ਲੇਖਾ ਮੰਗਿਆ ਜਾਣਾ ਹੈ ਉੱਥੇ ਤੇਰੇ ਨਾਲ ਖੜ ਸਕਣ, ਤੇਰੇ ਮਦਦਗਾਰ ਬਣ ਸਕਣ। ਉਹ ਸਤਪੁਰਖਾਂ ਦੀ ਸੰਗਤ ਕਰ, ਉਹਨਾਂ ਗੁਰਮੁਖ ਪਿਆਰਿਆਂ ਦੀ ਸੰਗਤ ਕਰ, ਜਿਹੜੇ ਤੇਰੀ ਅਗਾਂਹ ਬਾਂਹ ਫੜ ਸਕਣ, ਜਿਹੜੇ ਆਪ ਛੁੱਟੇ ਹੋਏ ਨੇ ਤੇ ਜਿਹੜੇ ਤੈਨੂੰ ਅਗਾਂਹ ਛਡਾ ਸਕਣ। ਫਿਰ ਹਜ਼ੂਰ ਪਾਤਸ਼ਾਹ ਕਹਿੰਦੇ ਨੇ ਕਰਮਾਂ ਦੀ ਗੱਲ ਹੈ, ਉਹ ਭਲੇ ਕਰਮ ਕਰ ਜਿੱਥੇ ਲੇਖਾ ਮੰਗਿਆ ਜਾਵੇ ਤੇ ਉਹ ਤੇਰੇ ਨਾਲ ਖੜੇ ਹੋ ਕੇ ਤੈਨੂੰ ਜਮਾਂ ਦੀ ਮਾਰ ਤੋਂ, ਤੈਨੂੰ ਉਸ ਕੁੰਭੀ ਨਰਕ ਦੀਆਂ ਸਜ਼ਾਵਾਂ ਤੋਂ ਬਚਾ ਸਕਣ ਤੇ ਤੇਰੇ ਨਾਲ ਸਾਖਸ਼ਾਤ ਖੜੇ ਹੋਏ ਦਿਸਣ। ਰਹਾਉ ਠਹਿਰਾਓ ਦੇ ਕੇ ਫਿਰ ਸਾਹਿਬ ਅਸੀਸ ਦਿੰਦੇ ਹਨ। ਕੋਠੇ ਮੰਡਪ ਮਾੜੀਆਂ ਪਾਸੋਂ ਚਿਤਵੀਆ। ਵਾਰ-ਵਾਰ ਆਪਣੇ ਆਪ ਵੱਲ ਇਸ਼ਾਰਾ ਕਰਕੇ ਉਸ ਸੱਜਣ ਨੂੰ ਸਮਝਾ ਰਹੇ ਨੇ। ਇੱਕ ਉਦਾਹਰਣ ਦਿੰਦੇ ਨੇ, ਜਿਵੇਂ ਕੋਠੇ ਮੰਡਪ ਮਾੜੀਆਂ। ਕੋਠੇ ਪੁਰਾਣੇ ਸਮਿਆਂ 'ਚ ਕੱਚੇ ਕੋਠਿਆਂ ਨੂੰ ਸ਼ਬਦ ਵਰਤਦੇ ਆ। ਉਸ ਤੋਂ ਬਾਅਦ ਫਿਰ ਮੰਡਪ, ਜਿਨ੍ਹਾਂ ਨੂੰ ਅਸੀਂ ਪੱਕੇ ਕੋਠੇ ਕਹਿ ਲਈਏ। ਉਸ ਤੋਂ ਬਾਅਦ ਮਾੜੀਆਂ, ਜਿਨ੍ਹਾਂ ਨੂੰ ਅਸੀਂ ਅੱਜ ਦੀ ਭਾਸ਼ਾ 'ਚ ਕਹਿ ਲਈਏ ਡਬਲ ਘਰ, ਜਿਹਨੂੰ ਬਣਿਆ ਡਬਲ ਸਟੋਰੀ ਕਹਿ ਲਓ, ਥੱਲੇ ਉੱਤੇ ਬਣਿਆ ਹੋਇਆ ਘਰ ਜਿਹੜਾ ਹੈ। ਸਭ ਕਹਿੰਦੇ ਪਾਸੋਂ ਚਿੱਤ ਵੀ ਆਹ। ਪੁਰਾਣੇ ਸਮਿਆਂ 'ਚ ਜਿਹੜੇ ਕੱਚੇ ਕੋਠੇ ਸੀ ਉਹਨਾਂ ਨੂੰ ਬੀਬੀਆਂ ਭੈਣਾਂ ਨੇ ਚੰਗੀ ਤਰ੍ਹਾਂ ਲਿਪਣਾ, ਉਹਨਾਂ ਉੱਤੇ ਵੇਲ ਬੂਟੀਆਂ ਵੀ ਪਾਉਣੀਆਂ। ਅੱਜ ਅਸੀਂ ਘਰਾਂ ਨੂੰ ਰੰਗ ਕਰ ਲੈਂਦੇ ਹਾਂ। ਸੋ ਕਹਿਣ ਦਾ ਭਾਵ ਇਹੀ ਹੈ ਕਿ ਉਹਨਾਂ ਨੂੰ ਸੋਹਣੇ ਤਰੀਕੇ ਨਾਲ ਲਿਪਿਆ ਪੋਚਿਆ ਜਾਂਦਾ ਹੈ ਤੇ ਉਹ ਬਾਹਰੋਂ ਬਹੁਤ ਚਮਕਦੀਆਂ ਹਨ। ਉਹ ਕੋਠੀਆਂ, ਉਹ ਘਰ, ਉਹ ਮੰਡਪ, ਉਹ ਮਾੜੀਆਂ ਸੋਹਣੇ ਰੰਗ ਕਰਕੇ ਸੋਹਣਾ ਲਿਪ ਕੇ ਚਮਕਾ ਲਈਆਂ ਜਾਵਣ। ਟੱਠੀਆਂ ਕੰਮ ਨਾ ਆਵਨੀ ਵਿੱਚੋਂ ਸਖਣੀਆਂ। ਪਰ ਕੀ ਫਾਇਦਾ ਹੋਏਗਾ ਜੇ ਉਹ ਵਿੱਚੋਂ ਸਖਣੀਆਂ ਨੇ ਤੇ ਜੇ ਵਿੱਚੋਂ ਉਹ ਮੰਡਪ ਮਾੜੀਆਂ, ਉਹ ਕੋਠੀਆਂ, ਉਹ ਘਰ, ਉਹ ਕੋਠੇ ਖਾਲੀ ਹੋਵਣ, ਕਿਸ ਕੰਮ ਨੇ? ਜਿਸ ਦਿਨ ਢਹਿ ਜਾਣਗੇ ਸਾਹਿਬ ਕਹਿੰਦੇ ਉਸ ਦਿਨ ਤੇ ਬਿਲਕੁਲ ਵੀ ਕੰਮ ਨਹੀਂ ਆਉਣਗੇ। ਕਿੰਨਾ ਉੱਚਾ ਆਲੀਸ਼ਾਨ ਘਰ ਹੋਵੇ, ਜਦੋਂ ਢਹਿ ਪੈਂਦਾ ਉਹ ਡਿੱਗ ਪੈਂਦਾ। ਫਿਰ ਇੱਕ ਹੀ ਸ਼ਬਦ ਵਰਤਿਆ ਜਾ ਰਿਹਾ, ਹੁਣ ਮਲਬਾ ਚੁੱਕਿਆ ਜਾ ਰਿਹਾ ਜੀ। ਕਿਸੇ ਨੂੰ ਚਾਹੀਦਾ ਹੋਵੇ, ਕਿਸੇ ਨੇ ਘਰੇ ਕਿਤੇ ਨੀਚ ਪਾਉਣਾ ਹੋਵੇ ਤੇ ਠੀਕ ਹੈ, ਨਹੀਂ ਤੇ ਬਾਹਰ ਕਿਤੇ ਸੁੱਟ ਆਂਦਾ ਜਾਏਗਾ। ਉਹੀ ਘਰ ਜਿਹਨੂੰ ਰੀਝਾਂ ਦੇ ਨਾਲ ਬਣਾਇਆ ਸੀ, ਹੁਣ ਬੰਦਾ ਕਹਿੰਦਾ ਵੀ ਇਹਦਾ ਮਲਬਾ ਚੁਕਾਉਣਾ, ਕੋਈ ਚੱਕਣ ਲਈ ਤਿਆਰ ਹੋ ਜੇ ਤੇ ਚੰਗਾ ਹੋਵੇਗਾ। ਹੁਣ ਉਹ ਮਲਬਾ ਬਣ ਗਿਆ ਹੈ। ਤਾਂ ਹਜ਼ੂਰ ਇਸੇ ਤਰ੍ਹਾਂ ਹੀ ਕਹਿ ਰਹੇ ਨੇ, ਇਹ ਜੀਵਨ ਹੈ, ਇਹ ਸਰੀਰ ਨੇ। ਬਾਹਰੋਂ ਭਾਵੇਂ ਕਿੰਨਾ ਵੀ ਇਹਨਾਂ ਨੂੰ ਚਮਕਾਲਾ, ਵੱਖ-ਵੱਖ ਜਿਵੇਂ ਉੱਥੇ ਤਿੰਨ ਅਰਥ ਨੇ, ਇਸੇ ਤਰ੍ਹਾਂ ਅਸੀਂ ਕਹਿ ਲਈਏ ਇੱਕ ਬੱਚੇ ਦਾ ਸਰੀਰ ਹੈ, ਇੱਕ ਨੌਜਵਾਨ ਦਾ ਸਰੀਰ ਹੈ, ਇੱਕ ਬਜ਼ੁਰਗ ਦਾ ਸਰੀਰ ਹੋ ਗਿਆ ਹੈ। ਇਹਨਾਂ ਨੂੰ ਜਿਤਨਾ ਮਰਜ਼ੀ ਚਮਕਾਲਾ। ਸਭ ਕਹਿੰਦੇ ਜੇ ਅੰਦਰੋਂ ਨਾਮ ਤੋਂ ਸਖਣੀਆਂ ਨੇ ਤਾਂ ਟੱਠੀਆਂ ਕੰਮ ਨਾ ਆਵਨੀ। ਇਹ ਟੱਠੀਆਂ ਹੋਈਆਂ ਦੇਈਆਂ ਵੀ ਕੰਮ ਨਹੀਂ ਆਉਂਦੀਆਂ। ਜਿਸ ਦਿਨ ਇਹ ਸਰੀਰ ਜਿਹੜੇ ਨੇ ਆਤਮਾ ਰਹਿਤ ਹੋ ਜਾਂਦੇ ਨੇ, ਉਸ ਦਿਨ ਭਗਤ ਸਾਹਿਬਾਨ ਤੇ ਇੱਥੋਂ ਤੱਕ ਕਹਿੰਦੇ ਨੇ, ਪਸ਼ੂ ਮਰੈ 10 ਕਾਜ ਸਵਾਰੈ, ਨਰੂ ਮਰੈ ਨਰ ਕਾਮ ਨਾ ਆਵੈ। ਉਸ ਦਿਨ ਤੇ ਤੇਰੀ ਆ ਚਮੜੀ, ਤੇਰਾ ਸਰੀਰ ਵੀ ਕਿਸੇ ਕੰਮ ਦਾ ਨਹੀਂ। ਤਾਂ ਸਾਹਿਬ ਪਾਤਸ਼ਾਹ ਕਹਿੰਦੇ ਨੇ ਇਹ ਦੇਹੀਆਂ ਟੱਠਣ ਤੋਂ ਬਾਅਦ, ਭਾਵ ਜਿਉਂਦੇ ਜੀਵੀ ਜੇ ਨਾਮ ਤੋਂ ਸਖਣੀਆਂ ਨੇ, ਇਹ ਕਿਸੇ ਅਰਥ ਨਹੀਂ ਹਨ। ਤੇ ਕਿੰਨੀਆਂ ਉੱਚੀਆਂ ਦੇਹੀਆਂ ਹੋਣ, ਕਿੰਨਾ ਉੱਚਾ ਕੱਦ ਕਾਠ ਹੁੰਦਾ ਹੈ, ਤੇ ਮਰਨ ਉਪਰੰਤ ਉਹ ਛੋਟੀ ਜੀ ਕੁੱਜੀ 'ਚ ਪਾਇਆ ਹੁੰਦਾ ਤੇ 2 ਹੱਥਾਂ ਤੇ ਬੰਦੇ ਨੇ ਚੁੱਕਿਆ ਹੁੰਦਾ ਉਹਨੂੰ। ਜਿਹਨੂੰ ਪਹਿਲਾਂ 7-8 ਬੰਦੇ ਨਹੀਂ ਚੁੱਕ ਪਾਉਂਦੇ, ਹੁਣ ਉਹਨੂੰ ਛੋਟੀ ਜੀ ਕੁੱਜੀ 'ਚ ਪਾ ਕੇ 2 ਹੱਥਾਂ ਤੇ ਲੈ ਕੇ ਤੇ ਬੰਦਾ ਨੰਗੇ ਪੈਰ ਬੜੀ ਸ਼ਰਧਾ ਨਾਲ ਜਾ ਰਿਹਾ ਹੁੰਦਾ ਵੀ ਅਸੀਂ ਇਹਨੂੰ ਜਲ ਪ੍ਰਵਾਹ ਕਰਨ ਵਾਸਤੇ ਜਾ ਰਹੇ। ਸੋ ਸਾਹਿਬ ਕਹਿੰਦੇ ਇਸ ਤਰ੍ਹਾਂ ਇਸ ਕਾਇਆ ਨੂੰ ਜਾਣਨਾ ਕਰ। ਬੱਗਾ ਬੱਗੇ ਕੱਪੜੇ ਤੀਰਥ ਮੰਜ ਵਸਨ। ਆਪਣੇ ਵੱਲ ਥੋੜਾ ਥੋੜਾ ਇਸ਼ਾਰਾ ਕਰਦੇ ਨੇ। ਸ਼ਬਦ ਸਾਰਾ ਆਪਣੇ ਆਪ ਨੂੰ ਹੀ ਸੰਬੋਧਨ ਕੀਤਾ, ਪਰ ਫਿਰ ਮੈਂ ਕਹਾਂ ਇਸ਼ਾਰਾ ਸੱਜਣ ਵੱਲ ਕਰਕੇ ਕਹਿੰਦੇ ਨੇ, ਕੀ ਹੋਇਆ ਮੇਰੇ ਚਿੱਟੇ ਕੱਪੜੇ ਹਨ ਤੇ ਬਗਲੇ ਦੇ ਕੋਲ ਵੀ ਤਾਂ ਖੰਭਾਂ ਵਰਗੇ ਚਿੱਟੇ ਕੱਪੜੇ ਹਨ ਨਾ।
ਉਹਦੇ ਕੋਲ ਚਿੱਟੇ ਕੱਪੜੇ ਕਿ ਉਹਦੇ ਕੋਲ 2 ਖੰਭ ਹਨ, ਬਿਲਕੁਲ ਸਫੈਦ, ਪਰ ਤੀਰਥਾਂ ਦੇ ਉੱਤੇ ਜਾ ਕਰਕੇ ਉਹ ਵੱਸਦਾ ਹੈ। ਜੇ ਅਸੀਂ ਕਹਿ ਦਈਏ ਵੀ ਇਹਦੇ ਚਿੱਟੇ ਕੱਪੜੇ ਤੀਰਥਾਂ ਤੇ ਵੱਸਦਾ ਹੈ ਤੇ ਬੜਾ ਧਰਮੀ ਹੋਵੇਗਾ। ਇਸ ਤਰ੍ਹਾਂ ਧਰਮ ਦੀ ਦੁਨੀਆ 'ਚ ਚਿੱਟ ਕੱਪੜੀਏ ਅਸੀਂ ਜੀਵ ਹਾਂ ਤੇ ਤੀਰਥਾਂ ਦੇ ਉੱਤੇ ਰਹਿਣ ਵਾਲੇ ਹਾਂ। ਕਈ ਵਾਰ ਇਹ ਵੀ ਸੱਚ ਹੈ, ਗੁਰੂ ਘਰਾਂ ਵਿੱਚ ਜ਼ਿੰਦਗੀਆਂ ਬਤੀਤ ਕਰਨ ਵਾਲੇ ਜੀਵ ਹਾਂ। ਤਾਂ ਹਜ਼ੂਰ ਸਾਰਿਆਂ ਵੱਲ ਇਸ਼ਾਰਾ ਕਰਕੇ ਕਹਿੰਦੇ ਨੇ, ਜੇ ਧਰਮ ਦੀ ਦੁਨੀਆ ਵਿੱਚ ਇੰਜ ਕੀਤਾ ਜਾਵੇਗਾ ਤੇ ਆਖਰ ਦੁਨੀਆ ਤੇ ਆਪਣੇ ਨਾਲ ਇਹ ਧੋਖਾ ਹੋ ਰਿਹਾ ਹੈ। ਕੁੱਟ ਕੁੱਟ ਜੀਆ ਖਾਵਣੇ, ਬੱਗੇ ਨਾ ਕਹੀ ਅੰਨ। ਹੁਣ ਉਹ ਬਗਲੇ ਨੂੰ ਦੇਖੇ ਕੋਈ ਤੇ ਸੱਚ ਹੈ ਵੀ ਹੰਸ ਦਾ ਭੁਲੇਖਾ ਖਾਏਗਾ ਵੀ ਜਿੰਨਾ ਇਹ ਚਿੱਟਾ ਹੈ, ਸ਼ਾਇਦ ਹੋ ਸਕਦਾ ਹੈ ਇਹ ਆਪਣੇ ਜੀਵਨ ਦੇ ਆਚਰਣ ਕਰਕੇ ਵੀ ਇੰਨਾ ਉੱਚਾ ਹੋਵੇਗਾ, ਇੰਨਾ ਉੱਚਾ ਇਖਲਾਕ ਹੋਵੇਗਾ ਇਹਦਾ। ਪਰ ਜਦੋਂ ਦੀ ਸੱਚਾਈ ਸਾਹਮਣੇ ਆਉਂਦੀ ਹੈ, ਉਹ ਛੱਪੜ ਤਲਾਅ ਦੇ ਕਿਨਾਰੇ ਬੈਠਾ ਹੈ ਤੇ ਇੱਕਦਮ ਕਿਸੇ ਮੱਛੀ ਨੂੰ ਚੁੱਭੀ ਮਾਰਦਾ ਹੈ ਆਪਣੀ ਚੁੰਝ ਨਾਲ ਤੇ ਫੜ ਕੇ ਉਹਨੂੰ ਗਲੇ ਤੋਂ ਬਾਹਰ ਲੈ ਕੇ ਆਉਂਦਾ। ਉਦੋਂ ਪਤਾ ਲੱਗਦਾ ਹੈ ਵੀ ਇਹ ਜਿਹਨੂੰ ਅਸੀਂ ਧਰਮੀ ਇੱਕ ਹੰਸ ਦੀ ਨਿਆਈ ਸਮਝਦੇ ਸੀ, ਇਹ ਤੇ ਘੁੱਟ-ਘੁੱਟ ਜੀਆਂ ਖਾਵਨੇ, ਇਹ ਤੇ ਜੀਵਾਂ ਨੂੰ ਘੁੱਟ-ਘੁੱਟ ਖਾ ਰਿਹਾ। ਬੱਗੇ ਨਾ ਕਹੀ ਹਨ, ਇਹਨੂੰ ਅੰਦਰੋਂ ਨਿਸ਼ਕਾਮ ਕਹਿ ਲਈਏ ਜਾਂ ਇਹਨੂੰ ਅੰਦਰੋਂ ਸਹੀ ਬਿਰਤੀ ਭਾਵਨਾ ਵਾਲਾ ਨਹੀਂ ਕਿਹਾ ਜਾ ਸਕਦਾ। ਚਿੱਟੇ ਦਾ ਅਰਥ ਇਹ ਹੈ ਵੀ ਜੇ ਅਸੀਂ ਇਹਨੂੰ ਸਮਝੀਏ ਇਹ ਬੜਾ ਭਲਾ ਹੈ, ਤਾਂ ਸਭ ਕਹਿੰਦੇ ਨੇ। ਇਸ ਤਰ੍ਹਾਂ ਇਸ਼ਾਰਾ ਕਰਕੇ ਕਹਿੰਦੇ ਨੇ ਕਿ ਇਸ ਜੀਵਨ ਦੇ ਅੰਦਰ ਵੀ ਤੇਰੇ ਵਰਗੇ ਪੁਰਖਾਂ ਨੇ ਧਰਮ ਦੇ ਲਿਬਾਸ ਪਹਿਨੇ ਨੇ, ਪਰ ਘੁੱਟ-ਘੁੱਟ ਜੀਆਂ ਖਾਵਨ। ਇੱਥੇ ਜਿਹੜੇ ਜੀਵ ਆਉਂਦੇ ਨੇ, ਇੱਥੇ ਜਿਹੜੇ ਰਾਹੀ ਪਾਂਦੀ ਆਉਂਦੇ ਨੇ, ਉਹਨਾਂ ਨੂੰ ਮਾਰ-ਮਾਰ ਕੇ ਉਹਨਾਂ ਦਾ ਧਨ ਵੀ ਖਾ ਰਹੇ ਹੈ, ਉਹਨਾਂ ਨੂੰ ਮਾਰ ਕੇ ਉਹਨਾਂ ਦੇ ਜੀਵਨ ਤਬਾਹ ਕਰ ਰਹੇ ਹੈ, ਉਹਨਾਂ ਨੂੰ ਮਾਰ ਕੇ ਉਹਨਾਂ ਦੇ ਹੱਕ ਵੀ ਖੋ ਕੇ ਖਾ ਰਹੇ ਹੈ। ਤੈਨੂੰ ਧਰਮੀ ਜਾਂ ਤੈਨੂੰ ਧਰਮ ਨੂੰ ਕਮਾਉਣ ਵਾਲਾ ਨਹੀਂ ਕਿਹਾ ਜਾ ਸਕਦਾ। ਸਿਮਲ ਰੁਖ ਸਰੀਰ ਮੈਂ ਜਨ ਦੇਖ ਭੁਲੰਨ। ਸਾਹਿਬ ਕਹਿੰਦੇ ਜਿਵੇਂ ਸਿਮਲ ਦਾ ਰੁੱਖ ਹੈ, ਉਸ ਤਰ੍ਹਾਂ ਦਾ ਮੇਰਾ ਸਰੀਰ ਹੈ। ਤੇ ਜਿਵੇਂ ਸਿਮਲ ਨੂੰ ਦੇਖ ਕੇ ਮੈਂ ਜਨ ਦੇਖ ਭੁਲੰਨ, ਮੈਂ ਜਨ ਕਹਿੰਦੇ ਤੋਤੇ ਨੂੰ, ਜਿਵੇਂ ਉਹ ਸਿਮਲ ਦੇ ਰੁੱਖ ਨੂੰ ਦੇਖ ਕੇ ਭੁਲੇਖਾ ਖਾ ਜਾਂਦਾ ਹੈ ਕਿ ਜਿੰਨਾ ਉੱਚਾ ਹੈ, ਜਿੰਨਾ ਸੋਹਣਾ ਹੈ, ਜਿੰਨਾ ਚਮਕਦਾਰ ਹੈ, ਹੋ ਸਕਦਾ ਇਹਦੇ ਫਲ ਵੀ ਓਨੇ ਹੀ ਮਿੱਠੇ ਹੋਣਗੇ। ਪਰ ਉਹ ਭੁਲੇਖਾ ਖਾ ਕੇ ਆਸਾ ਕੀ ਵਾਰਤ ਸਾਹਿਬ ਕਹਿੰਦੇ ਨੇ, ਸਿਮਲ ਰੁੱਖ ਸਰਾਇਰਾ ਅਤ ਦੀਰਘ ਅਤ ਮੁਚ, ਓਏ ਜੇ ਆਵਹਿ ਆਸ ਕਰ ਜਾਹੇ ਨਿਰਾਸੇ ਕਿਤ। ਕਾਰਨ ਇਹ ਬਣ ਗਿਆ ਫਲ ਫਿੱਕੇ ਫੁੱਲ ਬਕ ਬਕੇ ਕੰਮ ਨਾ ਆਵਹਿ ਪਤ। ਭੁਲੇਖਾ ਖਾ ਗਿਆ ਸੀ ਤੋਤਾ। ਹਜ਼ੂਰ ਪਾਤਸ਼ਾਹ ਕਹਿੰਦੇ ਇਸੇ ਤਰ੍ਹਾਂ ਉੱਚੇ ਲੰਮੇ ਸਰੀਰ ਹਨ ਤੇ ਪਰ ਮੈਜਨ ਇੱਥੇ ਇਹ ਰਾਹੀ ਪਾਂਦੀ ਲੋਕ ਜਿਹੜੇ ਨੇ, ਇਹ ਤੋਤਿਆਂ ਵੱਤ ਨੇ ਤੇ ਇਹ ਦੇਖ ਕੇ ਭੁਲੇਖਾ ਖਾ ਜਾਂਦੇ ਹਨ। ਸੇ ਫਲ ਕਮ ਨਾ ਆਵਨੀ, ਤੇ ਗੁਣ ਮੈਂ ਤਨ ਹਨ। ਤੇ ਜਿਵੇਂ ਉਸ ਸਿਮਲ ਦੇ ਰੁੱਖ 'ਚ ਗੁਣ ਹੈ ਵੀ ਉਹ ਉੱਚਾ ਬੜਾ ਹੈ, ਉਹਦੇ 'ਚ ਗੁਣ ਹੈ ਵੀ ਉਹਦੀ ਚਮਕ ਦਮਕ ਬੜੀ ਹੈ, ਉਹਦੇ 'ਚ ਗੁਣ ਹੈ ਉਹ ਦੂਰੋਂ ਪ੍ਰਭਾਵਿਤ ਬਹੁਤ ਕਰਦਾ। ਸਭ ਕਹਿੰਦੇ ਸੇ ਗੁਣ ਮੈਂ ਤਨ ਹਨ, ਇਹੀ ਗੁਣ ਸਾਡੀ ਇਸ ਕਾਇਆ, ਸਾਡੇ ਇਸ ਸਰੀਰ 'ਚ ਵੀ ਹਨ, ਸੱਜਣ ਦੇ ਉਸ ਸਰੀਰ 'ਚ ਵੀ ਹਨ। ਪਰ ਸਭ ਕਹਿੰਦੇ ਸੇ ਗੁਣ ਕੰਮ ਸੇ ਫਲ ਕੰਮ ਨਾ ਆਵਨੀ, ਇਹ ਫਲ ਜਿਹੜੇ ਨੇ, ਜਿਹੜੇ ਭੁਲੇਖੇ ਪਾਉਂਦੇ ਨੇ, ਉਹ ਤੋਤੇ ਦੇ ਵੀ ਕੰਮ ਨਹੀਂ ਆਉਂਦੇ ਤੇ ਇਹ ਤੇਰੇ ਜਿਹੜੇ ਗੁਣ ਹਨ ਭਲਿਆ, ਇਹਨਾਂ ਜੀਵਾਂ ਦੇ ਕੰਮ ਨਹੀਂ ਆਉਂਦੇ। ਤੇਰੀ ਚਮਕ ਦਮਕ, ਤੇਰੀ ਇਸ ਸੋਹਣੀ ਧਰਮਸ਼ਾਲਾ ਕਿਸੇ ਨੂੰ ਜੀਵਨ ਥੋੜੀ ਦੇ ਰਹੀ ਹੈ, ਕਿਸੇ ਨੂੰ ਧਰਮ ਦਾ ਮਾਰਗ ਥੋੜੀ ਦਿਖਾ ਰਹੀ ਹੈ, ਕਿਸੇ ਨੂੰ ਆਤਮਿਕ ਸੋਝੀ ਥੋੜੀ ਦੇ ਰਹੀ ਹੈ। ਆਖਰ ਤੇ ਫਲ ਫਿੱਕੇ ਬੁੱਲ ਬੱਕ ਬੱਕੇ ਵਾਲੀ ਕਹਾਣੀ ਬਣ ਰਹੀ ਹੈ ਤੇ ਇਹ ਗੁਣ ਕੰਮ ਵਿੱਚ ਨਹੀਂ ਆਉਂਦੇ ਹਨ। ਅੰਦੁਲੇ ਭਾਰ ਉਠਾਇਆ, ਡੁਗਰ ਵਾਟ ਬਹੁਤ। ਉਦਾਹਰਨ ਦੇ ਕੇ ਸਾਹਿਬ ਕਹਿੰਦੇ ਅਸੀਂ ਤਾਂ ਅੰਨ੍ਹਿਆਂ ਨੇ, ਸਿਰਫ ਕੇਵਲ ਇਸ਼ਾਰਾ ਕਰਦੇ ਨੇ ਗੁਰੂ ਨਾਨਕ ਪਾਤਸ਼ਾਹ ਪਰਮੇਸ਼ਰ ਸਰੂਪ ਨੇ। ਸਾਹਿਬ ਕਹਿੰਦੇ ਇੱਕ ਅੰਨੇ ਨੇ ਜਿਵੇਂ ਭਾਰ ਉਠਾਇਆ ਤੇ ਡੂਗਰ ਪਹਾੜੀ ਰਸਤਿਆਂ ਦੀ ਉਹਦੀ ਵਾਟ ਹੈ, ਸਿੱਧਾ ਪੱਧਰਾ ਤੁਰਨਾ ਹੋਵੇ ਤੇ ਸੌਖਾ ਤੁਰ ਲੇਗਾ, ਪਰ ਜਿਸ ਅੱਖਾਂ ਤੋਂ ਹੀਨੇ ਨੇ ਇੱਕ ਪਹਾੜਾਂ ਦਾ ਮਾਰਗ ਤੈਅ ਕਰਨਾ ਹੋਵੇ, ਉਸ ਲੰਬੇਰੇ ਪੰਧ ਤੇ ਤੁਰਨਾ ਹੋਵੇ, ਤਾਂ ਸਾਹਿਬ ਕਹਿੰਦੇ ਵਾਟ ਵੀ ਥੋੜੀ ਜਿਹੀ ਨਹੀਂ, ਬੜੀ ਲੰਮੀ ਵਾਟ ਉਹਨੇ ਤੈਅ ਕਰਨੀ ਹੋਵੇ। ਅੱਖੀ ਲੋੜੀ ਨਾ ਲਹਾ, ਹਉ ਚੜ ਲੰਗਾ ਕਿਤ। ਤੇ ਇਸ਼ਾਰਾ ਕਰਕੇ ਕਹਿੰਦੇ ਜੇ ਅੱਖਾਂ ਦੇ ਨਾਲ ਲੋੜੀ ਜੇ ਉਹ ਲੱਭਣਾ ਚਾਵੇ, ਉਹਨੂੰ ਰਾਹ ਨਹੀਂ ਲੱਭੇਗਾ, ਕਾਰਨ ਉਹਦੇ ਕੋਲ ਅੱਖਾਂ ਹੈ ਹੀ ਨਹੀਂ ਹਨ। ਤੇ ਹਉ ਚੜ ਲੰਗਾ ਕਿਤ, ਫਿਰ ਮੈਂ ਉਹਨਾਂ ਪਹਾੜਾਂ ਨੂੰ ਕਿਵੇਂ ਲੰਘ ਸਕਦਾ, ਕਿਵੇਂ ਪਾਰ ਹੋ ਸਕਦਾ। ਬਸ ਇਸੇ ਤਰ੍ਹਾਂ ਇਹ ਧਰਮ ਦੀ ਦੁਨੀਆ 'ਚ ਸਾਹਿਬ ਕਹਿੰਦੇ ਨੇ ਜੀਵਾਂ ਨੇ, ਇਹ ਗਿਆਨ ਦੇ ਨੇਤਰਾਂ ਵੱਲੋਂ ਅੰਨੇ ਜੀਵਾਂ ਨੇ,
ਅਗਿਆਨ ਦੇ ਵਿੱਚ, ਐਨ ਅੰਧਕਾਰ ਦੇ ਵਿੱਚ ਗਰਸੇ ਹੋਏ ਇਹਨਾਂ ਜੀਵਾਂ ਨੇ ਪਾਪਾਂ ਦਾ, ਵਕਾਰਾਂ ਦਾ, ਠੱਗੀਆਂ ਫਰੇਬਾਂ ਦਾ ਬੜਾ ਭਾਰ ਉਠਾਇਆ। ਤੇ ਡੂਗਰ ਵਾਟ ਬਹੁਤ, ਵਾਟ ਹਮਾਰੀ ਖਰੀ ਉਡੀਨੀ, ਲੰਮਾ ਪੰਧ ਹੈ ਸਾਡਾ। ਤੇ ਸਹਿਬ ਪਾਤਸ਼ਾਹ ਕਹਿੰਦੇ ਨੇ ਅੱਖੀ ਲੋੜ ਹੈ ਨਾ ਲਹਾ, ਜੇ ਕੋਈ ਅੱਖਾਂ ਦੇ ਨਾਲ ਲੱਭਣ ਦੀ ਕੋਸ਼ਿਸ਼ ਕਰੇ। ਤੇ ਗਿਆਨ ਰੂਪੀ ਨੇਤਰ ਇਹਨਾਂ ਜੀਵਾਂ ਕੋਲ ਹੈ ਹੀ ਨਹੀਂ। ਜਦੋਂ ਹੈ ਹੀ ਨਹੀਂ ਤੇ ਫਿਰ ਇਹ ਧਰਮ ਦੇ ਮਾਰਗ ਨੂੰ ਜਾਂ ਆਪਣੇ ਆਤਮਿਕ ਜੀਵਨ ਨੂੰ ਕਿਵੇਂ ਸਫਲਾ ਕਰ ਲੈਣਗੇ? ਇਹ ਸੰਸਾਰ ਸਮੁੰਦਰ ਨੂੰ ਕਿਵੇਂ ਪਾਰ ਕਰ ਜਾਣਗੇ? ਇਹ ਔਗਣ ਵਕਾਰ ਜਿਹੜੇ ਨੇ, ਇਹ ਕਾਮ ਦੇ ਪਹਾੜਾਂ ਨੂੰ ਸਰ ਕਰਕੇ ਅਗਲੇ ਪਾਸੇ ਕਿਵੇਂ ਪਹੁੰਚ ਜਾਣਗੇ? ਇਹ ਕ੍ਰੋਧ ਦੇ ਪਹਾੜਾਂ ਨੂੰ ਕਿਵੇਂ ਸਰ ਕਰ ਜਾਣਗੇ? ਚਾਕਰੀਆਂ ਚੰਗਿਆਈਆਂ ਅਵਰ ਸਿਆਣਪ ਕਿਤ। ਕਿੰਨੀਆਂ ਵੀ ਚਾਕਰੀਆਂ ਕਰ ਲਾ ਸੰਸਾਰ ਦੀਆਂ, ਚਾਕਰੀ ਹਰ ਮਨੁੱਖੀ ਤਕਰੀਬਨ ਕਰਦਾ। ਸਹਿਬ ਬਾਣੀ 'ਚ ਇੱਕ ਵਚਨ ਕਹਿੰਦੇ ਨੇ, ਐ ਭਲਿਆ ਦੁਨੀਆ ਨਾ ਸਾ ਲਾਹੇ ਜੋ ਮਰ ਵੰਜਸੀ, ਲੋਕਾਂ ਨਾ ਸਾ ਲਾਹੇ ਜੋ ਮਰ ਖਾਕ ਥੀ। ਤੇਰੀ ਸਾਰੀ ਜ਼ਿੰਦਗੀ ਲੋਕਾਂ ਨੂੰ ਸਲਾਉਂਦਿਆਂ ਲੰਘ ਗਈ ਹੈ, ਤੇਰੀ ਸਾਰੀ ਜ਼ਿੰਦਗੀ ਦੁਨੀਆ ਦੇ ਸੋਲੇ ਗਾਉਂਦਿਆਂ ਲੰਘ ਗਈ ਹੈ। ਭਲਿਆ ਇਹ ਸੋਲੇ, ਇਹ ਦੁਨੀਆ ਦੀਆਂ ਚਾਕਰੀਆਂ ਕਿਸੇ ਕੰਮ ਨਹੀਂ ਆਉਣੀਆਂ। ਕਿੰਨੀਆਂ ਚੰਗਿਆਈਆਂ ਤੇਰੇ ਕੋਲ ਹੋਣ, ਕਈ ਵਾਰ ਚੰਗਿਆਈ ਹੁੰਦੀ ਨਹੀਂ। ਅਸੀਂ ਆਪਣੀ ਕਸਵੱਟੀ ਨਾਲ ਕਹਿ ਰਹੇ ਹੁੰਨੇ ਕਿ ਮੈਂ ਬੜਾ ਚੰਗਾ, ਮੈਂ ਬੜਾ ਭਲਾ ਹਾਂ। ਠੀਕ ਹੈ, ਚੰਦ ਲੋਕ ਵੀ ਤੇਰੇ ਮਗਰ ਤੁਰੇ ਹੋਏ ਕਹਿ ਦੇਣਗੇ ਜੀ ਫਲਾਣਾ ਬੜਾ ਚੰਗਾ ਹੈ। ਸਾਹਿਬ ਕਹਿੰਦੇ ਇਹ ਚੰਗਿਆਈਆਂ, ਇਹ ਦੁਨੀਆ ਦੀ ਕੀਤੀ ਹੋਈ ਖੁਸ਼ਾਮਦੀ, ਇਹ ਬਟਰਿੰਗ ਜਿਹੜੀ ਹੈ ਤੇਰੇ ਕਿਸੇ ਵੀ ਕੰਮ ਨਹੀਂ ਆਵੇਗੀ। ਨਾਨਕ ਨਾਮ ਸੰਭਾਲ ਤੂੰ, ਬੱਦਾ ਛੁਟਹਿ ਜਿਤ। ਤੇਰੇ ਕੋਲ ਕਿੰਨੀਆਂ ਵੀ ਸਿਆਣਪਾਂ ਹੁਣ ਨਹੀਂ ਕੰਮ ਆਉਣਗੀਆਂ। ਅਖੀਰ ਸਾਹਿਬ ਨੂੰ ਇਸ਼ਾਰਾ ਕਰਕੇ ਕਹਿੰਦੇ ਨਾਨਕ ਨਾਮ ਸੰਭਾਲ ਤੂੰ। ਆਪਣੇ ਵੱਲ ਵੀ ਇਸ਼ਾਰਾ ਉਹਨੂੰ ਵੀ ਸਮਝਾਇਆ, ਤੂੰ ਨਾਮ ਨੂੰ ਸੰਭਾਲ, ਨਾਮ ਨੂੰ ਚੇਤੇ ਕਰ, ਨਾਮ ਜਪਿਆ ਕਰ। ਜਦੋਂ ਅਸੀਂ ਬਾਣੀ 'ਚ ਬਚਨ ਪੜ੍ਹਦੇ, ਬਿਨ ਹਰ ਭਜਨ ਨਾਹੀ ਛੁਟਕਾਰਾ। ਜਿੰਨਾ ਕੁਛ ਮਰਜ਼ੀ ਕਰ ਲਾ, ਆਖਰ ਤੇਰਾ ਛੁਟਕਾਰਾ ਮੁੱਕਦੀ ਗੱਲ ਹੈ ਭਜਨ ਤੋਂ ਬਿਨਾਂ ਨਹੀਂ ਹੋਵੇਗਾ। ਭਜਨ ਦੇ ਨਾਲ ਹੀ ਛੁਟਕਾਰਾ ਹੋਵੇਗਾ। ਅੱਜ ਕਰ ਲਾ, ਕੱਲ ਕਰ ਲਾ, ਇਸ ਜਨਮ 'ਚ ਕਰ ਲਾ, ਅਗਲੇ ਜਨਮ 'ਚ ਕਰ ਲਾ, 10 ਜਨਮ ਹੋਰ ਲੈ ਕੇ ਕਰ ਲਈ, ਪਰ ਆਖਰ ਤੇਰਾ ਛੁਟਕਾਰਾ ਜਿਹੜਾ ਉਹ ਭਜਨ ਬੰਦਗੀ ਨਾਲ ਹੀ ਹੋਵੇਗਾ। ਤਾਂ ਸਾਹਿਬ ਕਹਿੰਦੇ ਨੇ ਤੂੰ ਨਾਮ ਜਪ, ਉਸ ਪਰਮੇਸ਼ਰ ਦੇ ਨਾਮ ਨੂੰ ਸੰਭਾਲ, ਬੱਧਾ ਛੁਟਹਿ ਜਿਤ। ਜਿਸ ਦੇ ਨਾਲ ਤੂੰ ਇਹਨਾਂ ਵਕਾਰਾਂ ਦੇ ਬੰਧਨਾਂ ਤੋਂ ਛੁੱਟ ਜਾਏਗਾ, ਜਿਸ ਦੇ ਨਾਲ ਇਹਨਾਂ ਕਰਮਾਂ ਦੇ ਬੰਧਨਾਂ ਤੋਂ ਛੁੱਟ ਜਾਏਗਾ, ਜਿਸ ਦੇ ਨਾਲ ਜਮਾਂ ਦੇ ਬੰਧਨ ਤੋਂ ਛੁੱਟ ਜਾਏਗਾ, ਜਿਸ ਦੇ ਨਾਲ ਆਉਣ ਜਾਣ ਦੇ ਬੰਧਨਾਂ ਤੋਂ ਛੁੱਟ ਜਾਏਗਾ, ਜਨਮ ਮਰਨ ਦੇ ਗੇੜ ਰੂਪੀ ਬੰਧਨਾਂ ਤੋਂ ਛੁੱਟ ਜਾਣਾ ਕਰੇਗਾ। ਇੰਦ ਸਾਹਿਬ ਪਾਤਸ਼ਾਹ ਜੀ ਨੇ ਉਸ ਸੱਜਣ ਨੂੰ ਜਦੋਂ ਇਹ ਸ਼ਬਦ ਸਰਵਣ ਕਰਵਾਇਆ ਤੇ ਕਮਾਲ ਦੀ ਗੱਲ, ਉਹਨੇ ਇੱਕ ਹੀ ਸ਼ਬਦ ਗੁਰੂ ਨਾਨਕ ਦੀ ਰਸਨਾ ਤੋਂ ਸੁਣਿਆ ਤੇ ਉਹਦਾ ਜੀਵਨ ਬਿਲਕੁਲ ਪਲਟਾ ਖਾ ਗਿਆ। ਉਹ ਢਹਿ ਪਿਆ ਗੁਰੂ ਨਾਨਕ ਦੇ ਚਰਨਾਂ ਤੇ, ਬਾਬਾ ਬਖਸ਼ ਲਾ, ਬੜੇ ਜੀਵਨ 'ਚ ਐਬ ਕੀਤੇ ਹੈ, ਬੜੀਆਂ ਚੋਰੀਆਂ, ਬੜੇ ਲੋਕਾਂ ਦੇ ਨਾਲ ਧੋਖੇ ਕੀਤੇ, ਅੱਜ ਅੰਦਰ ਨੂੰ ਕਿਸੇ ਨੇ ਚੋਟ ਮਾਰੀ, ਤੇਰੇ ਸ਼ਬਦ ਦੇ ਬਾਣਾ ਨੇ ਵਿੰਨ ਕੇ ਰੱਖ ਦਿੱਤਾ ਹੈ। ਬਾਬਾ ਜੇ ਹੁਣ ਚਰਨਾਂ ਤੇ ਸੁੱਟ ਲਿਆਈ ਤਾਂ ਹੁਣ ਇਸ ਮੂਰਛਤ ਹੋਏ ਨੂੰ ਕਿਸੇ ਰਾਹ ਪਾ ਕੇ ਜਾਈ। ਅਸੀਂ ਸਾਰੀ ਜ਼ਿੰਦਗੀ ਸ਼ਬਦ ਸੁਣੇ ਨੇ, ਸਾਰੀ ਜ਼ਿੰਦਗੀ ਕਥਾ ਕਰ ਲਈ, ਅਸੀਂ ਸਾਰੀ ਜ਼ਿੰਦਗੀ ਅਸੀਂ ਕਥਾ ਕੀਰਤਨ ਸੁਣ ਲਿਆ, ਸਾਨੂੰ ਅੱਜ ਤੱਕ ਕੋਈ ਸ਼ਬਦ ਢੋ ਨਾ ਸਕਿਆ। ਇਹ ਨਹੀਂ ਕਿ ਸ਼ਬਦ ਦੇ ਵਿੱਚ ਕੋਈ ਕਮੀ ਹੈ। ਭਗਤ ਕਬੀਰ ਸਾਹਿਬ ਜੀ ਬਾਣੀ 'ਚ ਇੱਕ ਬਚਨ ਕਹਿੰਦੇ, ਕਬੀਰ ਸਾਚਾ ਸਤਿਗੁਰ ਕਿਆ ਕਰਹਿ ਜੋ ਸਿੱਖਾਂ ਮਹਿ ਚੂਕ। ਸਿੱਖਾਂ ਦੇ ਵਿੱਚ ਕਮੀ ਹੋਵੇ, ਜੇ ਸਾਡੇ ਵਰਗਿਆਂ 'ਚ ਕਮੀ ਹੋਵੇ ਤੇ ਸ਼ਬਦ ਅੰਦਰ ਨੂੰ ਟੋਂਦਾ ਨਹੀਂ ਪਿਆ। ਹੁਣ ਇੱਕ ਦੀਵੇ ਦੇ ਵਿੱਚ ਬੱਤੀ ਨਾ ਹੋਵੇ, ਦੀਵੇ ਵਿੱਚ ਤੇਲ ਹੀ ਨਾ ਹੋਵੇ, ਤੇ ਉਸ ਖਾਲੀ ਪਏ ਹੋਏ ਦੀਵੇ ਦੇ ਕੋਲ ਬਲਦਾ ਦੀਵਾ ਜਾ ਕੇ ਰੱਖ ਦਿਓ, ਭਾਵੇਂ ਜੁੱਗਾਂ ਤੱਕ ਪਿਆ ਰਵੇ, ਉਹਦੇ ਵਿੱਚ ਅੱਗ ਨਹੀਂ ਪੈਦਾ ਕਰੇਗਾ। ਉਹ ਸਿਰਫ ਉਹਨੂੰ ਬਾਲ ਸਕਦਾ ਜਿਸ ਦੀਵੇ ਵਿੱਚ ਤੇਲ ਤੇ ਬੱਤੀ ਹੋਵੇਗੀ। ਅਸੀਂ ਚਾਹੁੰਦੇ ਸਾਡੇ ਅੰਦਰ ਧਰਮ ਪੈਦਾ ਹੋਵੇ, ਸਾਡੇ ਅੰਦਰ ਪਰਮਾਤਮਾ ਸਾਖਿਆਤਕਾਰ ਹੋਵੇ, ਸਾਨੂੰ ਭਗਤੀ ਦੀਆਂ ਬੱਤੀਆਂ ਪੈਦਾ ਕਰਨਗੀਆਂ, ਕਮਾਈ ਦੇ ਤੇਲ ਪਾਉਣੇ ਪੈਣਗੇ ਇਸ ਦੇਹੀ ਦੇ ਅੰਦਰ। ਸੋ ਜਿਨ੍ਹਾਂ ਨੇ ਪਾਏ ਨੇ ਉਹਨਾਂ ਦੀਆਂ ਜੇ ਬਾਤਾਂ ਕਰੀਏ, ਦੇਖੋ ਸਾਡੇ ਪੱਲੇ ਅੱਜ ਕਮਾਈ ਨਹੀਂ ਤੇ ਆਪਣੇ ਜੀਵਨ ਵਿੱਚ ਥੋੜ੍ਹਾ ਜਿਹਾ ਦੁੱਖ ਆਉਂਦਾ ਹੈ ਤੇ ਅਸੀਂ ਐਂ ਤਲਮਲਾ ਉੱਠਦੇ ਹਾਂ ਕਿ ਹਾਏ ਮਰ ਗਏ, ਬਸ ਖਤਮ ਹੋ ਗਏ ਅਸੀਂ ਤਾਂ। ਪਰ ਜਿਹੜੇ ਇਸ ਬਾਣੀ ਨਾਲ ਜੁੜ ਗਏ ਨੇ ਉਹਨਾਂ ਦਾ ਜੀਵਨ ਕਿੱਥੇ ਜਾ ਕੇ ਖੜਦਾ ਹੈ ਕਿ ਜੇ ਸੁਖ ਦੇਹ ਤਾਂ ਤੁਝੈ ਅਰਾਧੀ, ਦੁੱਖ ਵੀ ਤੁਝੈ ਧਿਆਈ। ਜੇ ਭੁੱਖ ਦੇਹ ਤਾਂ ਇਤ ਹੀ ਰਾਜਾ, ਦੁੱਖ ਵਿੱਚ ਸੂਖ ਮਨਾਈ। ਤੂੰ ਜੋ ਵੀ ਜ਼ਿੰਦਗੀ ਵਿੱਚ ਦੇਏਗਾ ਤੇਰੇ ਭਾਂਡੇ ਨੂੰ ਮਿੱਠਾ ਕਰਕੇ ਪ੍ਰਵਾਨ ਕਰ ਲਵਾਂਗੇ। ਇਹ ਉਹਨਾਂ ਦੀ ਦਾਸਤਾਂ ਹੈ। ਜਦੋਂ ਅਸੀਂ ਛੇੜਦੇ ਹਾਂ, ਜਦੋਂ ਥੋੜ੍ਹਾ ਜਿਹਾ ਇਤਿਹਾਸ ਨੂੰ ਪਿਛਾਂਹ ਦੀਆਂ ਸਦੀਆਂ 'ਚ ਅਸੀਂ ਝਾਤ ਮਾਰੀਏ, 1746 ਦਾ ਸਮਾਂ ਜਦੋਂ ਅਸੀਂ ਦੇਖਾਂਗੇ, ਸਿੱਖ ਪੰਥ ਦੇ ਉੱਤੇ ਬਹੁਤ ਵੱਡਾ ਇੱਕ ਐਸਾ ਕਹਿਰ ਵਾਪਰਦਾ ਹੈ ਤੇ ਉਹ ਕਹਿਰ ਉਹਨਾਂ ਲੋਕਾਂ ਵੱਲੋਂ ਵਰਤਾਇਆ ਗਿਆ ਜਿਨ੍ਹਾਂ ਨੂੰ ਅਸੀਂ ਇਹ ਕਹਿ ਲਈਏ
ਕਿ ਕਦੀ ਗੁਰੂ ਤੇਗ ਬਹਾਦਰ ਮਹਾਰਾਜ ਨੇ ਜਿਨ੍ਹਾਂ ਦੇ ਜਨੇਊ ਜਿਨ੍ਹਾਂ ਦੀਆਂ ਬੋਦੀਆਂ ਕਾਇਮ ਰੱਖਣ ਵਾਸਤੇ ਆਪਣੀ ਸ਼ਹਾਦਤ ਦਿੱਤੀ ਹੈ। ਸਮਾਂ ਆਪਣੀ ਰਫ਼ਤਾਰ ਜਦੋਂ ਚੱਲਦਾ ਹੈ, ਲਾਹੌਰ ਦੇ ਵਿੱਚ ਕਦੀ ਜ਼ਕਰੀਆ ਖਾਂ ਗੁਰੂ ਕੇ ਪਿਆਰ ਵਾਲੇ ਭਾਈ ਤਾਰੂ ਸਿੰਘ ਦਾ ਖੋਪਰ ਲਾਉਂਦਾ ਹੈ। 22 ਦਿਨ ਗੁਰੂ ਕਾ ਪਿਆਰਾ ਸਿੱਖ ਜਿਹੜਾ ਉਹ ਉਸੇ ਤਰ੍ਹਾਂ ਰਹਿੰਦਾ ਤੇ ਕਹਿੰਦਾ ਹੈ ਮੈਂ ਤੈਨੂੰ ਆਪਣੀ ਜੁੱਤੀ ਦੀ ਨੋਕ ਦੇ ਅੱਗੇ ਲਾ ਕੇ ਲਿਜਾਵਾਂਗਾ, ਤੇ ਲਾ ਕੇ ਵੀ ਲਗਿਆ ਹੈ। ਉਸੇ ਜ਼ਕਰੀਆ ਖਾਂ ਦੇ ਇੰਜ ਕਹਿ ਲਓ ਆਪਣੇ ਪਿਤਾ ਦੇ ਪਾਏ ਹੋਏ ਪੂਰਨਿਆਂ ਦੇ ਉੱਤੇ ਉਹਦਾ ਪੁੱਤਰ ਚੱਲਦਾ ਯਹੀਆ ਖਾਨ। ਉਹਨੇ ਵੀ ਹੁਣ ਇਹੀ ਜਿਹੜਾ ਕਹਿ ਲਓ ਆਪਣਾ ਮਕਸਦ ਬੰਨਿਆ ਹੈ, ਮੈਂ ਸਿੱਖਾਂ ਦਾ ਖੁਰਾ ਖੋਜ ਜਿਹੜਾ ਉਹ ਖਤਮ ਕਰਨਾ ਹੈ। ਉਹਦਾ ਦੀਵਾਨ ਹੈ ਲਖਪਤ ਰਾਏ, ਤੇ ਉਧਰ ਏਮਨਾਬਾਦ ਦੀ ਧਰਤੀ ਤੇ ਲਖਪਤ ਰਾਏ ਦਾ ਹੀ ਸਕਾ ਭਰਾ ਬੈਠਾ ਜਿਹੜਾ ਉੱਥੋਂ ਦਾ ਫੌਜਦਾਰ ਹੈ, ਉਹਦਾ ਨਾਂ ਹੈ ਜਸਪਤ ਰਾਏ। ਇੱਧਰ ਗੁਰੂ ਕਾ ਖਾਲਸਾ ਜਿਹੜਾ ਹੈ ਨਾ, ਦੇਖੋ ਵੈਸਾਖੀ ਦਾ ਦਿਹਾੜਾ ਆਇਆ ਤੇ ਖਾਲਸਾ ਬੇਸ਼ੱਕ ਬੜੀਆਂ ਭੀੜਾਂ ਦੇ ਵਿੱਚੋਂ ਗੁਜ਼ਰਦਾ ਸੀ, ਪਰ ਏਮਨਾਬਾਦ ਰੋੜੀ ਸਾਹਿਬ ਵਾਲੇ ਪਾਵਨ ਅਸਥਾਨ ਤੇ ਪਹੁੰਚਿਆ ਖਾਲਸਾ, ਤੇ ਮਨ ਦੇ ਵਿੱਚ ਚਾਅ ਸੀ ਕਿ ਵੈਸਾਖੀ ਨੂੰ ਚੜ੍ਹਦੀ ਕਲਾ ਵਿੱਚ ਮਨਾਵਾਂਗੇ। ਮਾਫ ਕਰਿਓ, ਅੱਜ ਅਸੀਂ ਇੰਨੇ ਸੁੱਖਾਂ ਦੇ ਵਿੱਚ ਜਿਉਂਦੇ ਹੋਏ ਵੀ ਗੁਰੂ ਕੇ ਪੁਰਬ ਉਨੀ ਚੜ੍ਹਦੀ ਕਲਾ 'ਚ ਨਹੀਂ ਮਨਾ ਪਾਉਂਦੇ ਜਿਹੜੇ ਕਦੀ ਜੰਗਲਾਂ ਵਿੱਚ ਬੈਠੇ ਹੋਏ ਸਿੱਖ ਮਨਾ ਲਿਆ ਕਰਦੇ ਸੀਗੇ। ਉਹਨਾਂ ਨੂੰ ਪਤਾ ਵੀ ਸਾਡੇ ਤੇ ਭੀੜਾਂ ਨੇ, ਪਰ ਫਿਰ ਵੀ ਉਸ ਸਥਾਨ ਤੇ ਇਕੱਠੇ ਹੋਏ ਨੇ ਕਿ ਅਸੀਂ ਵੈਸਾਖੀ ਦਾ ਖਾਲਸਾ ਸਾਜਨਾ ਦੇ ਉਸ ਦਿਹਾੜਾ ਮਨਾਉਣਾ। ਅਸੀਂ ਇੱਧਰੋਂ ਜਸਪਤ ਰਾਏ ਨੂੰ ਖਬਰ ਪਹੁੰਚੀ ਹੈ, ਜੋ ਪਹਿਲਾਂ ਹੀ ਕਿਸੇ ਤਾਕ ਦੇ ਵਿੱਚ ਸੀ, ਉੱਥੇ ਪਹੁੰਚਦਾ ਤੇ ਜਾ ਕੇ ਕਹਿੰਦਾ ਵੀ ਤੁਸੀਂ ਕਿਉਂ ਇਕੱਠੇ ਹੋਏ ਹੋ? ਤੇ ਸਿੰਘ ਕਹਿੰਦੇ ਵੀ ਅਸੀਂ ਦਿਹਾੜਾ ਮਨਾਉਣ ਵਾਸਤੇ ਇਕੱਠੇ ਹੋਏ ਹਾਂ। ਲੰਬੇਰਾ ਸਮਾਂ ਸੀ ਇੰਝ ਹੀ ਇੱਧਰ ਉੱਧਰ ਫਿਰ ਕੇ ਕੱਢਿਆ, ਘੁੰਮਤਾਂ ਸਾਡੇ ਮਗਰ ਨੇ, ਅਸੀਂ ਅੱਜ ਦੀ ਰਾਤ ਇੱਥੇ ਬਤੀਤ ਕਰਨੀ, ਭੋਜਨ ਪ੍ਰਸ਼ਾਦਾ ਤਿਆਰ ਕਰਾਂਗੇ, ਛਕਾਂਗੇ, ਅਸੀਂ ਅਗਾਂਹ ਲੰਘ ਜਾਵਾਂਗੇ। ਕਹਿੰਦਾ ਬਿਲਕੁਲ ਨਹੀਂ, ਤੁਸੀਂ ਰਾਤ ਦੀ ਗੱਲ ਕਰਦੇ ਹੋ, ਮੈਂ ਤੁਹਾਨੂੰ ਇੱਥੇ ਘੜੀ ਨਹੀਂ ਕੱਟਣ ਦੇਣੀ, ਤੁਸੀਂ ਨਿਕਲ ਜਾਓ ਤੇ ਜਾਂ ਹੁਣੇ ਤੁਹਾਨੂੰ ਮੈਂ ਖਤਮ ਕਰ ਦੇਣਾ। ਬਸ ਇੰਨਾ ਕਹਿਣ ਦੀ ਦੇਰ ਸੀ, ਜਸਪਤ ਰਾਏ ਨੇ ਸਿੱਖਾਂ ਤੇ ਹੱਲਾ ਬੋਲ ਦਿੱਤਾ। ਇੱਧਰੋਂ ਗੁਰੂ ਕਾ ਪਿਆਰ ਵਾਲਾ ਇੱਕ ਸਿੱਖ ਉੱਠਿਆ ਜਿਹਦੇ ਨਾਂ ਇਤਿਹਾਸ ਨੇ ਵੱਖ-ਵੱਖ ਜਿਹੜੇ ਉਹ ਵਰਣਨ ਕੀਤੇ। ਕੁਝ ਇਤਿਹਾਸਕਾਰਾਂ ਨੇ ਭਾਈ ਮਨੀ ਸਿੰਘ ਦਾ ਭਰਾ ਵੀ ਵਰਣਨ ਕੀਤਾ, ਪਰ ਬਹੁਤੇ ਇਤਿਹਾਸਕਾਰਾਂ ਨੇ ਇੱਕ ਹੋਰ ਸਿੱਖ ਦਾ ਨਾਂ ਜਿਹੜਾ ਉਹ ਜ਼ਿਕਰ ਕੀਤਾ। ਉੱਠਦਾ ਇੱਕਦਮ ਜਸਪਤ ਰਾਏ ਜਿਸ ਹਾਥੀ ਦੇ ਉੱਤੇ ਬੈਠਾ ਹੈ ਨਾ, ਉਹ ਗੁਰੂ ਕਾ ਸਿੱਖ ਇੰਜ ਕਹਿ ਲਓ ਵੀ ਅੱਖ ਝਪਕਣ ਦੀ ਫੁਰਤੀ ਜਿੰਨਾ ਸਮਾਂ ਲਾਉਂਦਾ ਹੈ। ਹਾਲਾਂਕਿ ਕਈ ਦਿਨਾਂ ਦੇ ਭੁੱਖੇ ਨੇ ਸਿੰਘ, ਇਹ ਨਹੀਂ ਕਿ ਉਹਨਾਂ ਨੂੰ ਰੋਜ਼ ਪ੍ਰਸ਼ਾਦਾ ਪਾਣੀ ਮਿਲਦਾ, ਫਿਰ ਵੀ ਇੰਨੀ ਚੜ੍ਹਦੀ ਕਲਾ 'ਚ ਇੰਨੀ ਫੁਰਤੀ, ਇੰਨਾ ਜੋਸ਼ ਕਿ ਇਸ ਤੋਂ ਪਹਿਲਾਂ ਕੋਈ ਅੱਖ ਝਪਕਦਾ ਉਹ ਹਾਥੀ ਦੀ ਪੂਛ ਫੜਦਾ ਤੇ ਸਿੱਧਾ ਹਾਥੀ ਤੇ ਚੜ੍ਹ ਕੇ, ਇਸ ਤੋਂ ਪਹਿਲਾਂ ਜਸਪਤ ਰਾਏ ਆਪਣਾ ਸ਼ਸਤਰ ਸੰਭਾਲਦਾ, ਗੁਰੂ ਕੇ ਸਿੱਖ ਨੇ ਕੱਢੀ ਸ਼ਮਸ਼ੀਰ, ਇੱਕ ਐਸਾ ਵਾਰ ਕੀਤਾ ਕਿ ਜਸਪਤ ਰਾਏ ਦਾ ਸਿਰ ਜਿਹੜਾ ਸੀ ਧੜ ਤੋਂ ਅਲੱਗ ਕਰਕੇ ਰੱਖ ਦਿੱਤਾ ਇੱਕੋ ਵਾਰ ਦੇ ਨਾਲ ਹੀ। ਹੁਣ ਉਹਦਾ ਸਿਰ ਜਦੋਂ ਜ਼ਮੀਨ ਤੇ ਬਾਜੀਆਂ ਖਾਂਦਾ ਡਿੱਗਾ, ਸਾਰੀ ਫੌਜ ਤਲਮਲਾ ਉੱਠੀ ਵੀ ਜਦੋਂ ਸਾਡਾ ਮੁਖੀ ਜਿਹੜਾ ਉਹ ਖਤਮ ਕਰ ਦਿੱਤਾ ਗਿਆ, ਹੁਣ ਸਾਡਾ ਕੁਝ ਨਹੀਂ ਬਣ ਸਕਦਾ। ਫੌਜ ਪਿਛਾਂ ਦੌੜਦੀ ਹੈ। ਆਖਰ ਜਦੋਂ ਲਖਪਤ ਰਾਏ ਨੂੰ ਪਤਾ ਲੱਗਾ ਕਿ ਮੇਰੇ ਭਰਾ ਨੂੰ ਮਾਰ ਦਿੱਤਾ ਗਿਆ, ਉਹ ਯਹੀਆ ਖਾਨ ਕੋਲ ਪਹੁੰਚਿਆ ਤੇ ਕਹਿੰਦਾ ਵੀ ਮੈਂ ਅੱਜ ਕਸਮ ਖਾਨਾ, ਹਿੰਦੂ ਹਾਂ ਮੈਂ, ਭਾਵੇਂ ਗੁਰੂ ਤੇਗ ਬਹਾਦਰ ਮਹਾਰਾਜ ਨੇ ਸਾਡਾ ਧਰਮ ਬਚਾਉਣ ਲਈ ਸ਼ਹਾਦਤ ਦਿੱਤੀ, ਪਰ ਮੈਂ ਅੱਜ ਕਸਮ ਖਾਨਾ ਜਿੰਨਾ ਚਿਰ ਮੈਂ ਸਿੱਖ ਧਰਮ ਖਤਮ ਨਹੀਂ ਕਰ ਦੇਵਾਂਗਾ, ਸਿੱਖਾਂ ਦਾ ਖੁਰਾ ਖੋਜ ਨਹੀਂ ਮਿਟਾ ਦੇਵਾਂਗਾ, ਉਨੀ ਦੇਰ ਮੈਂ ਆਪਣੇ ਸਿਰ ਤੇ ਪੱਗ ਨਹੀਂ ਰੱਖਾਂਗਾ। ਉਹਨੇ ਪੱਗ ਲਾ ਕੇ ਯਹੀਆ ਖਾਨ ਦੇ ਅੱਗੇ ਰੱਖਤੀ, ਕਹਿੰਦਾ ਮੈਂ ਅੱਜ ਤੋਂ ਇਹ ਬੀੜਾ ਚੁੱਕਦਾ, ਪ੍ਰਣ ਕਰਦਾ, ਮੈਂ ਉਹਨਾਂ ਚਿਰ ਪੱਗ ਨਹੀਂ ਬੰਨਾਂਗਾ। ਤੇ ਯਹੀਆ ਖਾਨ ਤੇ ਪਹਿਲਾਂ ਭਾਲਦਾ ਸੀ ਵੀ ਕੋਈ ਇਸ ਤਰ੍ਹਾਂ ਦਾ ਮਿਲਿਓ। ਕਹਿੰਦਾ ਤੈਨੂੰ ਜਿੰਨੀ ਸਹਾਇਤਾ ਚਾਹੀਦੀ ਤੂੰ ਮੇਰੇ ਤੋਂ ਲੈ। ਆਖਰ ਫੌਜੀ ਸਹਾਇਤਾ ਦਿੱਤੀ, ਜਲੰਧਰ ਤੋਂ ਫੌਜਾਂ ਹੋਰ ਆਸੇ-ਪਾਸੇ ਚਿੱਠੀਆਂ ਭੇਜ ਕੇ ਫੌਜਾਂ ਇਕੱਠੀਆਂ ਕੀਤੀਆਂ। ਇੱਧਰ ਗੁਰੂ ਕੇ ਪਿਆਰੇ ਪੰਥ ਦੀ ਚੜ੍ਹਦੀ ਕਲਾ ਵਾਲੇ ਸਰਦਾਰ ਨਵਾਬ ਕਪੂਰ ਸਿੰਘ, ਉਹਨਾਂ ਨੂੰ ਖਬਰ ਮਿਲਦੀ ਕਿ ਪੰਥ ਤੇ ਬੜੀ ਵੱਡੀ ਭੀੜ ਪੈਣ ਵਾਲੀ। ਉਹ ਸਰਦਾਰ ਜੱਸਾ ਸਿੰਘ ਆਹਲੂਵਾਲੀਆ ਨੂੰ ਚਿੱਠੀ ਲਿਖਦੇ ਨੇ, ਹੋਰ ਜੋ ਮੁਖੀ ਆਗੂ ਸਨ ਚਿੱਠੀਆਂ ਲਿਖਦੇ ਨੇ, ਖਾਲਸਾ ਜੀ ਕਿਸੇ ਮੁੱਖ ਥਾਂ ਤੇ ਆਪਾਂ ਇਕੱਠੇ ਹੋਈਏ, ਜੇ ਆਪਾਂ ਇੰਜ ਵੱਖ-ਵੱਖ ਬੈਠੇ ਰਹਾਂਗੇ ਤਾਂ ਇਹ ਜ਼ਰੂਰ ਦੁਸ਼ਮਣ ਸਾਡਾ ਬੜਾ ਭਾਰੀ ਨੁਕਸਾਨ ਕਰੇਗਾ। ਆਖਰ ਚਿੱਠੀਆਂ ਗਈਆਂ ਦੂਰ ਦੂਰ ਤੱਕ। ਖਾਲਸਾ ਪੰਥ ਗੁਰਦਾਸਪੁਰ ਦੇ ਲਾਗੇ, ਜਿੱਥੇ ਅਸੀਂ ਕਾਹਨੂੰਵਾਨ ਦੀ ਗੱਲ ਕਰਦੇ ਹਾਂ, 15 ਕੁ ਕਿਲੋਮੀਟਰ ਦਾ ਉੱਥੋਂ ਫਾਸਲਾ ਬਣਦਾ ਹੈ, ਉਸ ਥਾਂ ਤੇ ਬੜੀ ਵੱਡੀ ਛੰਭ ਸੀ। ਇਤਿਹਾਸਕਾਰਾਂ ਲਿਖਿਆ ਤਕਰੀਬਨ ਕੋਈ 60 ਕੁ ਕਿਲੋਮੀਟਰ ਜਿਵੇਂ ਅਸੀਂ ਕਹਿ ਲਈਏ ਉਸ ਵਕਤ ਤੋਂ ਫੈਲੀ ਹੋਈ, ਜਿਹਨੂੰ ਜੰਗਲ ਕਹਿ ਲਓ। ਕਈ ਉਹਦੇ ਵਿੱਚ ਵੱਖ-ਵੱਖ, ਉਹਦੇ 'ਚ ਪਾਣੀ ਦੇ ਟੋਭੇ ਵੀ ਸੀ, ਉਹਦੇ 'ਚ ਜੰਗਲੀ ਜਾਨਵਰ ਵੀ ਸੀ, ਉਹਦੇ 'ਚ ਸਭ ਕੁਝ ਸੀ। ਖਾਲਸਾ ਉੱਥੇ ਹੀ ਇਕੱਠਾ ਹੋਇਆ। ਤਾਂ ਮੁੱਕਦੀ ਗੱਲ, ਇੱਧਰ ਜਦੋਂ ਲਖਪਤ ਰਾਏ ਨੂੰ ਕਿਸੇ ਨੇ ਸੁਨੇਹਾ ਦਿੱਤਾ ਵੀ ਖਾਲਸਾ ਇਕੱਠਾ ਹੁੰਦਾ ਪਿਆ ਹੀ, ਤੇ ਜੇ ਇਹ ਇਕੱਠੇ ਹੋ ਗਏ ਨਾ ਤਖਤੇ ਪਲਟ ਦਿੰਦੇ ਹੁੰਦੇ ਆ। ਤੇ ਯਾਦ ਰੱਖਿਓ, ਖਾਲਸਾ ਜਦੋਂ ਵੀ ਇਕੱਠਾ ਹੋਇਆ
ਜਾਂ ਜਦੋਂ ਵੀ ਕਦੀ ਆਉਣ ਵਾਲੇ ਸਮੇਂ 'ਚ ਇਕੱਠਾ ਹੋਏਗਾ, ਖਾਲਸਾ ਤਖਤ 'ਤੇ ਪਲਟ ਕੇ ਰੱਖ ਦਿੰਦਾ ਹੈ। ਬਸ ਇਹ ਹੈ ਕਿ ਦੁਨੀਆ ਕਦੀ ਖਾਲਸੇ ਨੂੰ ਇਕੱਠੇ ਬਹਿਣ ਹੀ ਨਹੀਂ ਦਿੰਦੀ ਹੈ। ਜਦੋਂ ਉਹਨੂੰ ਖਬਰ ਮਿਲੀ, ਉਹਨੇ ਉਸੇ ਵੇਲੇ 50,000 ਦੀ ਫੌਜ ਜਿਹੜੀ ਉਹ ਲੈ ਕੇ ਉਸ ਕਾਹਨੂੰ ਵਾਣ ਦੀ ਛੰਭ ਨੂੰ ਆ ਉਹਨੇ ਘੇਰਾ ਪਾਇਆ। ਲਗਾਤਾਰ 3 ਮਹੀਨੇ ਘੇਰਾ ਚੱਲਿਆ, ਜੋ ਇਤਿਹਾਸ ਲਿਖਦਾ ਹੈ। ਆਖਰ ਉਹਨੇ ਸੁਨੇਹੇ ਵੀ ਭੇਜੇ, ਛੋਟੇ ਵੱਡੇ ਉਹਨੇ ਹਮਲੇ ਵੀ ਕੀਤੇ, ਪਰ ਉਹਦੀਆਂ ਫੌਜਾਂ ਇਸ ਜੰਗਲ 'ਚ ਵੜਨ ਤੋਂ ਡਰਦੀਆਂ ਨੇ। ਪਰ ਹੁਣ ਸਿੰਘ ਅੰਦਰ ਬੈਠੇ ਨੇ, ਉਹ ਤਾਂ ਇੱਕ ਇੱਕ ਝਿੜੀ ਦੇ ਬਾਰੇ ਜਾਣਦੇ ਆ, ਕਿੱਧਰੋਂ ਕਿੱਧਰ ਨੂੰ ਰਾਹ ਜਾਂਦਾ। ਤੇ ਸੂਰਮਿਆਂ ਨੂੰ ਤਾਂ ਰਣ ਦੇਖ ਸੂਰੇ ਚਿੱਤ ਉਲਾਸ, ਉਹਨਾਂ ਨੂੰ ਤੇ ਚਾਅ ਚੜ ਗਿਆ ਵੀ ਆ ਗਿਆ। ਆਖਰ ਲੰਬਾ ਸਮਾਂ ਇਹ ਛੋਟੇ ਛੋਟੇ ਯੁੱਧ ਚੱਲੇ, ਦਿਨੇ ਲੜਾਈ ਲੱਗਣੀ, ਰਾਤ ਨੂੰ ਖਾਲਸਿਆਂ ਨੇ ਬਾਹਰ ਨਿਕਲਣਾ, ਨਿਕਲ ਕੇ ਇਹਦੀਆਂ ਫੌਜਾਂ ਲੁੱਟਣੀਆਂ, ਰਾਸ਼ਨ ਪਾਣੀ ਲੈ ਜਾਣਾ ਤੇ ਫਿਰ ਜਾ ਕੇ ਭੋਜਨ ਪ੍ਰਸ਼ਾਦਾ ਤਿਆਰ ਕਰਕੇ ਛਕਣਾ ਤੇ ਸਵੇਰੇ ਫਿਰ ਮੈਦਾਨੇ ਜੰਗ ਵਿੱਚ ਜੂਝਣ ਵਾਸਤੇ ਆ ਜਾਣਾ। ਆਖਰ ਕਿੰਨਾ ਕੁ ਸਮਾਂ ਬਤੀਤ ਹੁੰਦਾ। ਆਖਰ ਇੱਕ ਦਿਨ ਭੋਜਨ ਰਾਸ਼ਨ ਖਤਮ ਹੋ ਗਿਆ। ਹੁਣ ਇਹਨਾਂ ਨੂੰ ਤੇ ਸਰਕਾਰੀ ਮਦਦ ਸੀ, ਲਾਹੌਰੋਂ ਰਾਸ਼ਨ ਤੁਰਿਆ ਹੋਣਾ, ਪਰ ਖਾਲਸੇ ਨੇ ਤਾਂ ਜਿੰਨਾ ਕੋਈ ਇਹਨਾਂ ਤੋਂ ਲੁੱਟ ਲੈਣਾ ਉਹਨਾਂ ਕੋਈ ਖਾਣਾ ਨਾ। ਆਖਰ ਭੋਜਨ ਵੀ ਅੰਦਰ, ਰਸਦ ਪਾਣੀ ਵੀ ਖਤਮ ਹੋਣ ਲੱਗਾ, ਹੋਰ ਵੀ ਪ੍ਰਬੰਧ ਜਿਹੜੇ ਸੀ ਉਹ ਖਤਮ ਹੋਣ ਲੱਗੇ। ਹੁਣ ਖਾਲਸੇ ਨੇ ਫਿਰ ਵੀ ਡਟ ਕੇ ਜਦੋਂ ਇਹਨਾਂ ਦਾ ਮੁਕਾਬਲਾ ਕੀਤਾ, ਕਹਿੰਦੇ ਹੁਣ ਇੰਜ ਨਹੀਂ, ਹੁਣ ਆਪਾਂ ਬਾਹਰ ਨਿਕਲਦੇ ਹਾਂ ਤੇ ਬਾਹਰ ਨਿਕਲ ਕੇ ਸਿੱਧਾ ਇਹਦੇ ਨਾਲ ਆਮੋ ਸਾਹਮਣੇ ਹੋ ਕੇ ਟਾਕਰਾ ਕਰਦੇ ਹਾਂ, ਹੁਣ ਸ਼ਹੀਦੀਆਂ ਪ੍ਰਾਪਤ ਕਰਦੇ ਹਾਂ। ਜਦੋਂ ਬਾਹਰ ਨਿਕਲਦੇ ਨੇ, ਇੰਨਾ ਭਾਰੀ ਨੁਕਸਾਨ ਜਸਪਤ ਰਾਏ ਦਾ ਹੋਇਆ ਕਿ ਇਹ ਜਿਵੇਂ ਕਹਿ ਲਓ ਵੀ ਦੌਰ ਭੌਰ ਹੋ ਗਿਆ, ਵੀ ਇਹ ਭੁੱਖੇ ਬਘਿਆੜ ਅੱਜ ਟੁੱਟ ਕੇ ਪੈ ਗਏ ਨੇ, ਜਿਨ੍ਹਾਂ ਨੂੰ ਅਸੀਂ ਸਮਝਦੇ ਸੀ ਵੀ ਇਹਨਾਂ ਦੇ ਸਰੀਰਾਂ 'ਚ ਤਾਂ ਜਾਨ ਹੀ ਨਹੀਂ ਰਹਿ ਗਈ ਹੋਣੀ, ਇਹਨਾਂ ਏਡਾ ਵੱਡਾ ਨੁਕਸਾਨ ਕਰ ਦਿੱਤਾ ਮੇਰਾ। ਆਖਰ ਇਹਨੇ ਜਿਹੜਾ ਤਰੀਕਾ ਅਪਣਾਇਆ, ਕਹਿੰਦਾ ਇੰਜ ਨਹੀਂ ਖਤਮ ਹੋਣੇ, ਇਸ ਸਾਰੇ ਦੇ ਸਾਰੇ ਇਸ ਜੰਗਲ, ਇਸ ਛੰਭ ਨੂੰ ਅੱਗ ਲਾ ਦਿਓ। ਇਹਨਾਂ ਫਿਰ ਬੜੀ ਵੱਡੀ ਗਿਣਤੀ ਵਿੱਚ ਉਸ ਛੰਭ ਨੂੰ ਅੱਗ ਹੀ ਲਾ ਕੇ ਰੱਖ ਦਿੱਤੀ ਵੀ ਇੰਜ ਨਹੀਂ ਖਤਮ ਹੋਣਗੇ, ਇਹਨੂੰ ਅੱਗ ਹੀ ਲਾ ਦਿਓ, ਜਿੰਨੇ ਅੰਦਰ ਹੋਣਗੇ ਆਪੇ ਸੜ ਮਰ ਜਾਣਗੇ। ਤੇ ਇਹ ਸੱਚ ਹੈ ਕਿ ਜਦੋਂ ਫਿਰ ਇਹ ਬਹੁਤ ਵੱਡੀ ਅੱਗ ਇਹਨਾਂ ਨੇ ਲਾਈ, ਖਾਲਸਾ ਜਿਹੜਾ ਸੀ ਉਹ ਸਮਾਂ ਪਾ ਕੇ ਜਿੱਦਾਂ ਮੌਕਾ ਲੱਗਾ, ਕਹਿੰਦੇ ਆਪਾਂ ਪਹਾੜਾਂ ਨੂੰ ਨਿਕਲੀਏ, ਉੱਧਰ ਆਖਰ ਕੋਈ ਰਸਤਾ ਮਿਲੇਗਾ। ਪਰ ਜਦੋਂ ਇੱਧਰ ਜੰਮੂ ਵਾਲੇ ਪਾਸੇ ਨੂੰ ਨਿਕਲੇ, ਉੱਧਰ ਪਹਾੜੀਆਂ ਨੇ, ਇਹਨਾਂ ਸਰਕਾਰਾਂ ਤੋਂ ਡਰਦਿਆਂ ਹੋਇਆਂ ਸਿੱਖਾਂ ਤੇ ਪੱਥਰ ਮਾਰੇ, ਇਹਨਾਂ ਦੇ ਰਾਹ ਰੋਕੇ, ਇਹਨਾਂ ਦੇ ਨੁਕਸਾਨ ਕੀਤੇ। ਖਾਲਸਾ ਸਾਰੇ ਪਾਸਿਆਂ ਤੋਂ ਘਿਰਿਆ ਹੋਇਆ ਸੀ। ਬਸ ਮੁੱਕਦੀ ਗੱਲ ਅੱਜ ਦੇ ਇਤਿਹਾਸ 'ਚ ਜੇ ਜ਼ਿਕਰ ਕਰਾਂ, ਉਸ ਦਿਨ ਉਸ ਛੰਭ ਦੇ ਵਿੱਚ ਵੱਖ-ਵੱਖ ਇਤਿਹਾਸਕਾਰਾਂ ਦੀ ਗਿਣਤੀ ਤਕਰੀਬਨ 8,000 ਦੇ ਦਰਮਿਆਨ ਬੱਚੇ, ਬਜ਼ੁਰਗ, ਸਿੰਘ ਸਿੰਘਣੀਆਂ ਜਿਹੜੇ ਉਹਨਾਂ ਨੂੰ ਸ਼ਹੀਦ ਕਰ ਦਿੱਤਾ ਗਿਆ। ਤੇ ਬਾਕੀ ਜਿਹੜੇ ਬਚ ਗਏ, ਕੁਛ ਤੇ ਅਗਾਂਹ ਨਿਕਲ ਗਏ, 3,000 ਦੇ ਦਰਮਿਆਨ ਇਹਨਾਂ ਨੇ ਫੜੇ ਤੇ ਲਾਹੌਰ ਲਿਜਾ ਕੇ ਉਹਨਾਂ ਨੂੰ ਨਖਾਸ ਚੌਂਕ ਦੇ ਵਿੱਚ ਬੜੇ ਤਸੀਹੇ, ਬੜੇ ਤਸ਼ੱਦਦ ਉਹਨਾਂ ਤੇ ਕਰਕੇ ਆਖਰ ਉਹਨਾਂ ਨੂੰ ਸ਼ਹੀਦ ਕਰ ਦਿੱਤਾ ਗਿਆ। ਮੈਂ ਜ਼ਿਕਰ ਕਰ ਰਿਹਾ ਸੀ, ਉਹ ਵੀ ਖਾਲਸਾ ਸੀ ਜਿਹੜਾ ਉਸ ਛੰਭ ਵਿੱਚ ਬੈਠਾ ਭੁੱਖ ਨੂੰ ਵੀ ਜਰਦਾ ਪਿਆ, ਦੁੱਖ ਨੂੰ ਵੀ ਜਰਦਾ ਹੈ, ਤੇ ਨਾਲ ਨਾਲ ਕਹਿੰਦਾ ਐ ਪ੍ਰਮਾਤਮਾ, ਅਸੀਂ ਤੇਰੀ ਬੰਦਗੀ ਨਾਲ ਜੁੜੇ ਹਾਂ, ਨਿਤਨੇਮ ਨਹੀਂ ਛੱਡਾਂਗੇ, ਅਸੀਂ ਆਸਾ ਕੀ ਵਾਰ ਨਹੀਂ ਛੱਡਾਂਗੇ, ਅਸੀਂ ਤੇਰੇ ਪੰਥ ਨੂੰ ਨਹੀਂ ਛੱਡਾਂਗੇ, ਅਸੀਂ ਤੇਰੇ ਤੋਂ ਕੁਰਬਾਨ ਹੋਵਾਂਗੇ, ਅਸੀਂ ਗੁਰੂ ਗ੍ਰੰਥ ਨੂੰ ਨਹੀਂ ਛੱਡਾਂਗੇ। ਜੇ ਸੁਖ ਦੇ ਤਾਂ ਤੁਝੈ ਅਰਾਧੀ, ਦੁੱਖ ਵੀ ਤੁਝੈ ਤੇ ਆਈ। ਪਰ ਇੱਕ ਪਾਸੇ ਮਾਫ ਕਰਿਓ ਸ਼ਬਦ ਕਵਾਂ, ਅਸੀਂ ਵੀ ਖਾਲਸੇ ਹਾਂ, ਮਾੜੀ ਜੀ ਕਿਤੇ ਜੀਵਨ ਵਿੱਚ ਕੋਈ ਚੋਟ ਠੋਕਰ ਲੱਗ ਜੇ, ਅਸੀਂ ਕਈ ਦਿਨ ਨਿਤਨੇਮ ਹੀ ਨਹੀਂ ਕਰਦੇ, ਕਈ ਦਿਨ ਅਸੀਂ ਬਾਣੀ ਨਹੀਂ ਪੜ੍ਹਦੇ। ਨਹੀਂ ਜੀ, ਮੈਂ ਫਿਕਰ ਦੇ ਵਿੱਚ ਹਾਂ, ਮੈਂ ਕਿਸੇ ਗਮ ਪੀੜਾ ਦੇ ਵਿੱਚ ਹਾਂ। ਹਜੂਰ ਪਾਤਸ਼ਾਹ ਇਹੀ ਇਸ ਪਾਵਨ ਸ਼ਬਦ ਸਿਖਾਉਂਦੇ ਨੇ, ਐ ਸੱਜਣ, ਜਿਨ੍ਹਾਂ ਦੇ ਕੋਲ ਬੰਦਗੀ ਆ ਜਾਂਦੀ ਨਾ, ਉਹਨਾਂ ਦੇ ਸੰਸਾਰ ਦੇ ਬੰਧਨ ਟੁੱਟ ਜਾਂਦੇ ਨੇ, ਉਹਨਾਂ ਨੂੰ ਵਾਸ਼ਨਾ, ਉਹਨਾਂ ਨੂੰ ਦੁੱਖ, ਉਹਨਾਂ ਨੂੰ ਸੁੱਖ ਜਿਹੜੇ ਉਹ ਹਿਲਾ ਨਹੀਂ ਸਕਦੇ, ਉਹ ਸਦਾ ਚੜ੍ਹਦੀ ਕਲਾ ਵਿੱਚ ਰਹਿੰਦੇ ਨੇ। ਸੋ ਅੱਜ ਛੋਟਾ ਘੱਲੂਘਾਰਾ ਜਿਹਨੂੰ ਅਸੀਂ ਇਤਿਹਾਸ ਅੰਦਰ ਕਹਿੰਦੇ, ਅੱਜ ਉਹ ਛੋਟਾ ਘੱਲੂਘਾਰਾ ਵਰਤਿਆ ਜਿਸ ਨੇ ਸਿੱਖ ਪੰਥ ਨੂੰ ਇੱਕ ਵਾਰ ਬਹੁਤ ਵੱਡਾ ਘਾਟਾ ਪਾਇਆ। ਪਰ ਹਾਂ, ਇਹ ਯਾਦ ਰੱਖਿਓ, ਜਸਪਤ ਰਾਏ ਆਦਿਕ ਜਿਹੜੇ ਲਖਪਤ ਰਾਏ, ਉਹ ਸੋਚਦੇ ਸੀ ਅਸੀਂ ਖਾਲਸਾ ਖਤਮ ਕਰਤਾ, ਪਰ ਖਾਲਸਾ ਇੰਨੀ ਚੜ੍ਹਦੀ ਕਲਾ ਸੀ, ਉਹਨਾਂ 1 ਸਾਲ ਬਾਅਦ ਹੀ ਕਿਲੇ ਉਸਾਰ ਕੇ ਵਿਖਾਤੇ ਵੀ ਜਿਹਨੂੰ ਤੁਸੀਂ ਕਹਿੰਦੇ ਹੋ ਖਤਮ ਕਰਤੇ, ਅਸੀਂ ਅੱਜ ਫਿਰ ਕਿਲਿਆਂ ਦੇ ਮਾਲਕ ਹਾਂ। ਖਾਲਸਾ ਇੰਨੀ ਚੜ੍ਹਦੀ ਕਲਾ ਵਿੱਚ ਹੈ। ਸੋ ਹਜੂਰ ਪਾਤਸ਼ਾਹ ਇੰਝ ਸਮਝਾ ਕਰਕੇ ਸਾਰਿਆਂ ਨੂੰ ਅਤੇ ਸੱਜਣ ਠੱਗ ਨੂੰ ਉਪਦੇਸ਼ ਬਖਸ਼ਿਸ਼ ਕੀਤਾ। ਸੋ ਆਓ ਹੁਣ ਜੋ ਲੜੀਵਾਰ ਸ਼ਬਦ ਦੇ ਤਹਿਤ ਲਗਾਤਾਰ ਜੋ ਅਸੀਸ ਹਜੂਰ ਪਾਤਸ਼ਾਹ ਬਖਸ਼ਿਸ਼ ਕਰ ਰਹੇ ਹਨ, ਰਾਮਕਲੀ ਸੱਤ ਦੀਆਂ ਜੋ ਪਾਵਨ ਪੌੜੀਆਂ ਦੇ ਅੰਦਰ ਬਾਬਾ ਸੁੰਦਰ ਜੀ ਨੇ, ਧੰਨ ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਜਿਸ ਵਕਤ ਆਪਣੇ ਪੰਜ ਭੂਤਿਕ ਸਰੀਰ ਨੂੰ ਤਿਆਗਿਆ ਤੇ ਅੰਤ ਵੇਲੇ ਸਰੀਰ ਦੇ ਅੰਤ ਸਮੇਂ ਹਜੂਰ ਗੁਰੂ ਅਮਰਦਾਸ ਮਹਾਰਾਜ ਜੀ ਨੇ ਜੋ ਹੁਕਮ, ਜੋ ਮਰਿਆਦਾ ਕਾਇਮ ਕੀਤੀ, ਬਾਬਾ ਸੁੰਦਰ ਜੀ ਨੇ ਜੋ ਪਾਵਨ ਬਚਨ ਉਚਾਰਨ ਕਰਕੇ ਉਹ ਲਿਖੇ,
ਲੜੀਵਾਰ ਰੂਪ ਤਹਿਤ ਸਰਵਣ ਕਰੀਏ। ਅੰਤੇ ਸਤਿਗੁਰ ਬੋਲਿਆ, ਮੈਂ ਪਿਛੈ ਕੀਰਤਨ ਕਰਿਓ ਨਿਰਵਾਣ ਜੀਓ। ਅੰਤੇ ਭਾਵ ਆਪਣੇ ਸਰੀਰ ਕਾਇਆ ਦਾ ਅਖੀਰਲਾ ਸਾਹ ਲੈਣ ਲੱਗਿਆ ਧੰਨ ਗੁਰੂ ਅਮਰਦਾਸ ਮਹਾਰਾਜ ਕਹਿੰਦੇ, ਐ ਸਿੱਖੋ ਐ ਪਰਿਵਾਰ ਦੇ ਜੀਓ, ਮੈਂ ਪਿਛੈ ਕੀਰਤਨ ਕਰਿਓ ਨਿਰਵਾਣ ਜੀਓ। ਰੋਇਓ ਨਾ, ਵੈਰਾਗ ਨਾ ਕਰਿਓ, ਤਾਹਾ ਨਾ ਮਾਰਿਓ। ਠੀਕ ਹੈ ਵਿਛੋੜਾ ਬੜਾ ਔਖਾ ਸਹਿਣਾ, ਪਰ ਬਹਿ ਕੇ ਬੰਦਗੀ ਕਰਿਓ, ਨਿਰਵਾਣ ਕੀਰਤਨ ਕਰਿਓ, ਨਿਸ਼ਕਾਮ ਕੀਰਤਨ ਕਰਿਓ, ਉਸ ਕਰਤੇ ਦੀ ਸਿਫਤੋ ਸਲਾਹ ਕਰਨੀ ਕਰਿਓ। ਕੇਸੋ ਗੋਪਾਲ ਪੰਡਤ ਸੱਦੇ ਹੋ, ਹਰ ਹਰ ਕਥਾ ਪੜ੍ਹੇ ਪੁਰਾਣ ਜੀਓ। ਉਹ ਕੇਸੋ, ਉਹ ਹਰੀ ਪਰਮਾਤਮਾ, ਕਿਉਂਕਿ ਬਾਣੀ 'ਚ ਵਚਨ ਆਉਂਦਾ ਕੇਸੋ ਕੇਸੋ ਕੂਕੀਐ, ਨਾ ਸੋਈਐ ਆਸਾਰ, ਰਾਤ ਦਿਵਸ ਕੇ ਕੂਕਨੇ, ਕਬਹੂ ਕੇ ਸੁਨੈ ਪੁਕਾਰ। ਉਹਨੂੰ ਕੇਸੋ ਪਰਮਾਤਮਾ ਨੂੰ ਕਿਹਾ। ਉਹਦੀ ਬੰਦਗੀ ਕਰਨ ਵਾਲੇ, ਇਹ ਆਮ ਸੰਸਾਰ ਦੇ ਪੰਡਤ ਨਹੀਂ ਕਰਮਕਾਂਡੀ, ਉਹ ਹਰੀ ਦਾ ਜਸ ਕਰਨ ਵਾਲੇ ਸਤਿਪੁਰਖ ਸਾਧੂ ਪੁਰਖ ਗੁਰਮੁਖ ਪਿਆਰੇ, ਉਹਨਾਂ ਨੂੰ ਸੱਦਿਓ ਤੇ ਉਹ ਬਹਿ ਕੇ ਪੁਰਾਣ, ਉਹਨਾਂ ਪੁਰਾਣਾਂ ਦੀ ਗੱਲ ਨਹੀਂ ਜੋ ਕਿਸੇ ਧਰਮ ਦੇ ਵਿੱਚ ਪੜ੍ਹੇ ਜਾਂਦੇ ਨੇ, ਉਹ ਹਰੀ ਦੇ ਘਰ ਦਰ ਦੀ ਕਥਾ, ਉਹ ਹਰੀ ਦੇ ਘਰ ਦਰ ਦੀਆਂ ਬਾਤਾਂ ਬਹਿ ਕੇ ਕਰਨ। ਹਰ ਕਥਾ ਪੜੀਐ, ਹਰ ਨਾਮ ਸੁਣੀਐ, ਬੇਬਾਣ ਹਰ ਰੰਗ ਗੁਰ ਭਾਵੈ। ਹਜੂਰ ਪਾਤਸ਼ਾਹ ਕਹਿੰਦੇ ਹਰੀ ਦੀ ਕਥਾ ਪੜ੍ਹਿਓ, ਹਰੀ ਦੀ ਕਥਾ ਸਰਵਣ ਕਰਿਓ, ਤੇ ਫਿਰ ਨਾਲ ਪਾਤਸ਼ਾਹ ਕਹਿੰਦੇ ਨਾਮ ਸੁਣਿਓ, ਕੀਰਤਨ ਸੁਣਿਓ। ਤੇ ਜਿਵੇਂ ਸੰਸਾਰੀ ਤੌਰ ਤੇ ਬੇਬਾਣ ਤਿਆਰ ਕੀਤਾ ਜਾਂਦਾ ਨਾ, ਸੰਸਾਰੀ ਭਾਸ਼ਾ 'ਚ ਆਪਾਂ ਅਰਥੀ ਕਹਿ ਦਿੰਦੇ ਆ, ਤੇ ਕੋਈ ਬਜ਼ੁਰਗ ਹੋਵੇ ਤੇ ਉਹਨੂੰ ਲੋਕ ਪਕਾਨੇ ਬੰਨ੍ਹਦੇ ਨੇ, ਕਈ ਕੁਛ ਕਰਦੇ ਨੇ। ਸਭ ਕਹਿੰਦੇ ਸਾਡਾ ਜਿਹੜਾ ਬੇਬਾਣ ਹੈ ਨਾ, ਹਰ ਰੰਗ ਗੁਰ ਭਾਵੈ, ਇਹ ਹਰੀ ਨਾਮ ਦੇ ਅੰਦਰ ਰੰਗਿਆ ਤੇ ਕਰਤੇ ਅਕਾਲ ਪੁਰਖ ਪਰਮੇਸ਼ਰ ਨੂੰ ਭਾਉਂਦਾ ਹੈ। ਐਵੇਂ ਨਾ ਸਾਡੇ ਬੇਬਾਣ ਦੇ ਨਾਲ ਕਿਤੇ ਝੰਡੀਆਂ ਬੰਨ੍ਹਦੇ ਫਿਰਿਓ। ਪਿੰਡ ਪਤਲ ਕਿਰਿਆ ਦੀਵਾ, ਫੁੱਲ ਹਰ ਸਰ ਪਾਵੈ। ਅਖੀਰਲੀਆਂ ਪੰਕਤੀਆਂ 'ਚ ਸਭ ਕਹਿੰਦੇ ਇਹ ਪਿੰਡ ਪੱਤਲ ਕਿਰਿਆ ਦੀਵਾ ਫੁੱਲ ਹਰ ਸਰ ਪਾਵੈ। ਇਹ ਸਾਰਾ ਕੁਛ ਜੋ ਕਿਰਿਆ ਕਰਮ ਇੱਕ ਬ੍ਰਾਹਮਣ ਧਰਮ ਦੇ ਅੰਦਰ, ਹਿੰਦੂ ਧਰਮ ਦੇ ਅੰਦਰ ਕੀਤਾ ਜਾਂਦਾ, ਸਭ ਕਹਿੰਦੇ ਉਹਦੇ ਨਾਲ ਸਾਡਾ ਕੋਈ ਕਿਰਿਆ ਕਰਮ ਜਿਹੜਾ ਉਹ ਨਹੀਂ ਮੇਲ ਖਾਏਗਾ। ਹਰ ਸਰ ਭਾਵ ਉਸ ਅਕਾਲ ਪੁਰਖ ਪਰਮੇਸ਼ਰ ਦੇ ਮੁਬਾਰਕ ਚਰਨਾਂ ਦੇ ਅੰਦਰ, ਉਸ ਹਰੀ ਦੇ ਮੁਬਾਰਕ ਤੀਰਥ ਦੇ ਅੰਦਰ, ਉਸ ਹਰੀ ਦੇ ਬਖਸ਼ੇ ਹੋਏ ਕਿਸੇ ਮੁਬਾਰਕ ਅਸਥਾਨ ਦੇ ਅੰਦਰ ਇਹ ਸਾਡੀ ਇਹ ਕਾਇਆ ਦੇ ਅਸਤ, ਇਹ ਮੁਬਾਰਕ ਫੁੱਲ ਜਿਹੜੇ ਨੇ ਉੱਥੇ ਭੇਟਾ ਕਰ ਦੇਣੇ ਕਰਿਓ। ਹਰ ਪਾਇਆ ਸਤਿਗੁਰ ਬੋਲਿਆ, ਹਰ ਮਿਲਿਆ ਪੁਰਖ ਸੁਜਾਨ ਜੀਓ। ਉਸ ਹਰੀ ਨੂੰ ਭਾ ਗਿਆ ਹੈ ਕੌਣ? ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਭਾ ਗਏ ਗੁਰੂ ਅੰਗਦ ਦੇਵ ਮਹਾਰਾਜ ਨੂੰ, ਤਾਂ ਗੁਰਤਾ ਗੱਦੀ ਤੇ ਸੁਭਾਏਮਾਨ ਹੋ ਗਏ। ਤੇ ਫਿਰ ਹਰ ਮਿਲਿਆ, ਹਰੀ ਪਰਮੇਸ਼ਰ ਮਿਲ ਗਿਆ। ਉਸ ਮਿਲੇ ਹੋਏ ਪਰਮੇਸ਼ਰ ਅੰਦਰ ਧੰਨ ਗੁਰੂ ਅਮਰਦਾਸ ਮਹਾਰਾਜ ਪੁਰਖ ਸੁਜਾਨ ਜੀਓ, ਸੁਜਾਨ ਸ੍ਰੇਸ਼ਟ ਪੁਰਖ ਸਤਿਗੁਰੂ ਰੂਪ ਅੰਦਰ ਅੰਤ ਸਮੇਂ ਬੋਲੇ ਹਨ। ਰਾਮਦਾਸ ਸੋਢੀ ਤਿਲਕ ਦੀਆ, ਗੁਰ ਸ਼ਬਦ ਸੱਚ ਨਿਸ਼ਾਨ ਜੀਓ। ਇਸ ਤਰ੍ਹਾਂ ਰਾਮਦਾਸ ਧੰਨ ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਜੀ ਨੂੰ, ਸੋਢੀ ਸੁਲਤਾਨ ਪਾਤਸ਼ਾਹ ਨੂੰ ਗੁਰੂ ਅਮਰਦਾਸ ਮਹਾਰਾਜ ਜੀ ਨੇ ਗੁਰਤਾ ਗੱਦੀ ਦਾ ਮੁਬਾਰਕ ਤਿਲਕ ਜਿਹੜਾ ਸੀ ਆਪਣੀ ਸਰੀਰਕ ਹਯਾਤੀ ਦੇ ਦਰਮਿਆਨ ਬਖਸ਼ਿਸ਼ ਕੀਤਾ। ਤੇ ਗੁਰ ਸ਼ਬਦ ਸੱਚ ਨਿਸ਼ਾਨ ਜੀਓ, ਗੁਰੂ ਕੇ ਸ਼ਬਦ ਦਾ ਸੱਚਾ ਨਿਸ਼ਾਨ, ਉਹ ਦਰਗਾਹੀ ਪਰਵਾਨੇ, ਉਹ ਦਰਗਾਹੀ ਨਿਸ਼ਾਨੀਆਂ, ਉਹ ਬਖਸ਼ਿਸ਼ਾਂ ਜਿਹੜੀਆਂ ਸੀ ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਦੀ ਝੋਲੀ ਵਿੱਚ ਪਾ ਕੇ ਆਪ ਧੰਨ ਗੁਰੂ ਅਮਰਦਾਸ ਮਹਾਰਾਜ ਪੰਜ ਭੂਤਕ ਸਰੀਰ ਤਿਆਗ ਕੇ ਸੰਸਾਰ ਦੀਆਂ ਅੱਖਾਂ ਤੋਂ ਕਾਇਆ ਜਿਹੜੀ ਸੀ ਓਲੇ ਕਰ ਲਈ ਹੈ। ਇਹ ਰਾਮਕਲੀ ਸੱਦ ਬਾਬਾ ਸੁੰਦਰ ਸਾਹਿਬ ਜੀ ਨੇ ਉਚਾਰਨ ਕੀਤੇ, ਜਿਨ੍ਹਾਂ ਦੀਆਂ 5 ਪੌੜੀਆਂ ਅੱਜ ਤੱਕ ਆਪਾਂ ਸਰਵਣ ਕੀਤੀਆਂ। ਭੁੱਲਾਂ ਦੀ ਖਿਮਾ, ਹਜੂਰ ਤਰਸ ਕਰਨ, ਸਮਤ ਦੀ ਦਾਤ ਬਖਸ਼ਣ, ਧੰਨ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਪਾਤਸ਼ਾਹ ਦਾ ਬੇਅੰਤ ਸ਼ੁਕਰਗੁਜ਼ਾਰ, ਸਮੁੱਚੇ ਪ੍ਰਬੰਧ ਦਾ, ਸਮੁੱਚੀ ਪ੍ਰਬੰਧਕ ਕਮੇਟੀ ਦਾ ਤਹਿ ਦਿਲੋਂ ਧੰਨਵਾਦ, ਜਿਨ੍ਹਾਂ ਸਮੇਂ ਤੇ ਆਪ ਸੰਗਤਾਂ ਦੇ ਦਰਸ਼ਨ ਕਰਵਾਏ। ਰਹਿ ਸਵਾਸ ਕਦੀ ਫਿਰ ਦਰਸ਼ਨ ਕਰਾਂਗੇ। ਮਹਾਰਾਜ ਸਾਹਿਬ ਸਭਨਾਂ ਨੂੰ ਚੜ੍ਹਦੀਆਂ ਕਲਾਂ ਦੀ ਦਾਤ ਬਖਸ਼ਿਸ਼ ਕਰਨ। ਹਰ ਪਾਇਆ ਸਤਿਗੁਰ ਬੋਲਿਆ, ਹਰ ਮਿਲਿਆ ਪੁਰਖ ਸੁਜਾਨ ਜੀਓ। ਰਾਮਦਾਸ ਸੋਢੀ ਤਿਲਕ ਦੀਆ, ਗੁਰ ਸ਼ਬਦ ਸੱਚ ਨਿਸ਼ਾਨ ਜੀਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।